ਅੱਜ ਆਪਾਂ ਸ਼ੁਰੂ ਕਰਨਾ ਨੈਕਸਟ ਹੈ ਆਪਣੇ ਕੋਲੇ ਇਵੈਂਟ। ਇਵੈਂਟ ਆਪਾਂ ਜਾਣਦੇ ਹਾਂ ਵੀ ਕਿਸੇ ਘਟਨਾ ਨੂੰ ਕਹਿੰਦੇ ਆਪਾਂ, ਕੋਈ ਚੀਜ਼ ਦਾ ਹੋਣਾ ਉਹਨੂੰ ਇਵੈਂਟ ਕਹਿੰਦੇ ਆ। ਠੀਕ ਹੈ ਨਾ। ਜਿਵੇਂ ਆਪਣੇ ਕੋਲੇ ਇੱਕ ਕਿਸੇ ਐਕਸਪੈਰੀਮੈਂਟ ਦੀ ਆਪਾਂ ਗੱਲ ਕਰਦੇ ਹਾਂ। ਜਿਵੇਂ ਕੱਲ ਆਪਾਂ ਇੱਕ ਐਕਸਪੈਰੀਮੈਂਟ ਰੈਂਡਮ ਐਕਸਪੈਰੀਮੈਂਟ ਡਿਸਕਸ ਕੀਤਾ ਸੀਗਾ ਵੀ 2 ਕੋਇਨਸ ਥਰੋ ਕੀਤੇ ਜਾਂਦੇ ਆ ਤਾਂ ਉਹਦਾ ਰੈਂਡਮ ਐਕਸਪੈਰੀਮੈਂਟ ਦੇ ਵਿੱਚ ਸੈਂਪਲ ਸਪੇਸ ਕੀ ਬਣਦਾ ਹੈ ਵੀ ਦੋਨੇ ਹੈਡ ਆ ਸਕਦੇ ਆ, ਪਹਿਲਾ ਹੈਡ ਦੂਸਰਾ ਟੇਲ ਆ ਸਕਦਾ ਹੈ, ਪਹਿਲਾ ਟੇਲ ਦੂਸਰਾ ਹੈਡ ਆ ਸਕਦਾ ਹੈ ਜਾਂ ਦੋਵੇਂ ਟੇਲ ਆ ਸਕਦੇ। ਇਹਦੇ ਵਿੱਚੋਂ ਮੈਂ ਚਾਹੁੰਦਾ ਇਹ ਤਾਂ ਹੁਣ ਸਾਰਾ ਕੁਝ ਆ ਗਿਆ ਤਾਂ ਵੀ ਜੇ 2 ਕੋਇਨਸ ਅਸੀਂ ਮਤਲਬ ਟਾਸ ਕਰੀਏ ਤਾਂ ਕੀ ਹੋ ਸਕਦਾ ਹੈ, ਉਹ ਸਾਰਾ ਕੁਝ ਇਹਦੇ ਵਿੱਚ ਆ ਗਿਆ। ਹੁਣ ਮੈਂ ਇਹਦੇ ਚੋਂ ਕੁਝ ਖਾਸ ਇਵੈਂਟ, ਕੁਝ ਖਾਸ ਆਊਟਕਮਸ ਦੀ ਗੱਲ ਕਰਨਾ ਚਾਹੁੰਦਾ। ਮੈਂ ਚਾਹੁੰਦਾ ਵੀ ਮੈਂ ਕਹਾਂ ਵੀ ਇਹੋ ਜਿਹੇ ਆਊਟਕਮਸ ਦੱਸੋ ਜਿਨ੍ਹਾਂ ਦੇ ਵਿੱਚ ਐਗਜ਼ੈਕਟਲੀ ਇੱਕ ਹੈਡ ਆਇਆ ਹੋਵੇ। ਤਾਂ ਇੱਕ ਹੈਡ ਕਿਹਦੇ 'ਚ ਆਇਆ, ਇਹਦੇ 'ਚ ਤੇ ਇਹਦੇ 'ਚ, ਤਾਂ ਇਹਨੂੰ ਅਸੀਂ ਇਵੈਂਟ ਕਹਿੰਦੇ ਹਾਂ। ਵੀ ਇਵੈਂਟ ਮੈਂ ਇੱਥੇ ਕਹਤਾ ਐਗਜ਼ੈਕਟਲੀ one head appears। ਵੀ ਜਦੋਂ ਅਸੀਂ ਦੋ ਕੋਇਨ ਟਾਸ ਕੀਤੇ ਤਾਂ ਐਗਜ਼ੈਕਟਲੀ ਇੱਕ ਹੈਡ ਆਇਆ। ਇਹ ਇੱਕ ਕੀ ਹੋ ਗਈ, ਇਵੈਂਟ ਹੋ ਗਈ। ਇਸ ਇਵੈਂਟ ਦੇ ਵਿੱਚ ਕਿਹੜੇ ਐਲੀਮੈਂਟਸ ਆਉਣਗੇ ਜਿਨ੍ਹਾਂ ਦੇ ਵਿੱਚ ਇੱਕ ਹੈਡ ਆ ਗਿਆ, HT ਤੇ T, ਐਗਜ਼ੈਕਟਲੀ ਵਨ ਹੈਡ, ਇੱਕੋ ਹੀ ਹੈਡ ਆਇਆ। ਇਹਨੂੰ ਅਸੀਂ ਇਵੈਂਟ ਕਹਿੰਦੇ। ਇਵੈਂਟ ਕੀ ਹੋਇਆ, ਇਹਦਾ ਇਹ ਸਬਸੈਟ ਹੁੰਦਾ ਹੈ। ਅਸੀਂ ਸੈੱਟ ਤੇ ਸਬਸੈਟ ਪੜ੍ਹੇ ਸੀਗੇ। ਆ ਜਿਹੜਾ ਸੈਂਪਲ ਸਪੇਸ ਵਾਲਾ ਸੈੱਟ ਹੈ ਇਹ ਸਾਡਾ ਯੂਨੀਵਰਸਲ ਸੈੱਟ ਹੁੰਦਾ ਹੈ। ਜਿੰਨੀਆਂ ਵੀ ਇਵੈਂਟਸ ਹੋਣਗੀਆਂ ਸਾਰੀਆਂ ਇਹਦੇ ਵਿੱਚੋਂ ਹੀ ਅਸੀਂ ਲਵਾਂਗੇ। ਠੀਕ ਹੈ ਜੀ। ਤਾਂ ਇਹਦੀਆਂ ਇਹ ਸਬਸੈਟਸ ਹੋਣਗੀਆਂ। ਇੱਕ ਮੈਂ ਹੋਰ ਇਵੈਂਟ ਦੀ ਗੱਲ ਕਰਾਂ, ਮੰਨ ਲਓ ਇੱਕ F ਇਵੈਂਟ ਹੈ। ਇਵੈਂਟ ਲਿਖਣ ਵਾਸਤੇ ਉਸ ਤਰ੍ਹਾਂ ਲਿਖਿਆ ਜਾਂਦਾ, ਇਹਦਾ ਨਾਂ ਲਿਖ ਲਓ ਇਵੈਂਟ ਦਾ, ਨਾਲ ਇਸ ਤਰ੍ਹਾਂ ਕਾਲਮ ਪਾ ਕੇ ਉਹਦੇ ਬਾਰੇ ਜਾਣਕਾਰੀ ਇੱਥੇ ਉਹਦੀ ਡੈਫੀਨੇਸ਼ਨ ਲਿਖੀ ਹੁੰਦੀ ਹੈ। ਮੈਂ ਲਿਖਦਾ ਇੱਥੇ ਐਟ ਲੀਸਟ one tail appears। ਵੀ ਜਦੋਂ ਅਸੀਂ ਦੋ ਕੋਇਨਸ ਟਾਸ ਕਰੀਏ ਤਾਂ ਐਟ ਲੀਸਟ ਇੱਕ ਟੇਲ ਆਵੇ। ਇਹ ਇਵੈਂਟ ਮੈਂ ਡਿਸਕਸ ਕਰਨਾ ਚਾਹੁੰਦਾ। ਇਹਦੇ 'ਚ ਕਿਹੜੇ ਐਲੀਮੈਂਟ ਆਉਣਗੇ। ਹੁਣ ਐਟ ਲੀਸਟ ਵਨ ਟੇਲ ਦਾ ਮਤਲਬ ਘੱਟੋ ਘੱਟ ਇੱਕ ਟੇਲ ਆਵੇ। ਤਾਂ ਘੱਟੋ ਘੱਟ ਇੱਕ ਟੇਲ ਤਾਂ HT ਦੇ ਵਿੱਚ ਵੀ ਹੈ, ਇੱਕ ਟੇਲ TH ਦੇ ਵਿੱਚ ਵੀ ਹੈ, ਤੇ ਘੱਟੋ ਘੱਟ ਇੱਕ ਤਾਂ ਇਹਦੇ 'ਚ ਵੀ ਹੈਗੀ। ਦੋਨੇ ਟੇਲਸ ਨੇ, ਘੱਟੋ ਘੱਟ ਇੱਕ ਜ਼ਰੂਰ ਹੋਵੇ। ਯਾਨੀ ਇਹਦੇ 'ਚ ਆਹ ਵਾਲਾ ਜਿਹੜਾ ਆਊਟਕਮ ਹੈ ਅਸੀਂ ਨਹੀਂ ਲਵਾਂਗੇ। ਸੈਂਪਲ ਪੁਆਇੰਟ ਕਹਿ ਲਓ, ਆਊਟਕਮ ਕਹਿ ਲਓ, ਇੱਕੋ ਹੀ ਗੱਲ। ਆਹ ਵਾਲਾ ਸੈਂਪਲ ਪੁਆਇੰਟ ਨਹੀਂ ਲਵਾਂਗੇ, ਬਾਕੀ ਦੇ ਸੈਂਪਲ ਪੁਆਇੰਟਸ ਇਹਦੇ 'ਚ ਆ ਜਾਣਗੇ। ਠੀਕ ਹੈ ਨਾ। HT TH ਤੇ TT। ਸੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਸਾਡੀਆਂ ਹੈਗੀਆਂ ਨੇ ਇਹਨਾਂ ਨੂੰ ਅਸੀਂ ਇਵੈਂਟਸ ਕਹਿੰਦੇ ਹਾਂ। ਇਹ ਕੀ ਹੁੰਦੀਆਂ ਨੇ, ਸੈਂਪਲ ਸਪੇਸ ਦੀਆਂ ਸਬਸੈਟ ਹੁੰਦੀਆਂ। ਇਸ ਤਰ੍ਹਾਂ ਇਹਨਾਂ ਨੂੰ ਲਿਖਿਆ ਜਾਂਦਾ। ਆਹ ਦੀ ਡੈਫੀਨੇਸ਼ਨ ਹੋ ਗਈ, ਆਹ ਇਹਨੂੰ ਅਸੀਂ ਸੈੱਟ ਦੀ ਫਾਰਮ 'ਚ ਲਿਖਤਾ। ਆਹ ਦੀ ਡੈਫੀਨੇਸ਼ਨ ਹੋ ਗਈ, ਆਹ ਇਹਨੂੰ ਸੈੱਟ ਦੀ ਫਾਰਮ 'ਚ ਲਿਖਤਾ। ਸਾਨੂੰ ਦੋਵੇਂ ਚੀਜ਼ਾਂ ਦਾ ਹੀ ਗਿਆਨ ਹੋਣਾ ਚਾਹੀਦਾ। ਵੀ ਜੇ ਸਾਨੂੰ ਕੁਝ ਕਿਹਾ ਜਾਂਦਾ ਤਾਂ ਅਸੀਂ ਦੇਖਣਾ ਜਿਹੜਾ ਕੁਝ ਕਿਹਾ ਜਾਵੇ ਐਗਜ਼ੈਕਟਲੀ ਵਨ ਹੈਡ ਅਪੀਅਰਸ ਕਹਿਤਾ ਸਾਨੂੰ, ਤਾਂ ਅਸੀਂ ਦੇਖਣਾ ਵੀ ਸੈਂਪਲ ਸਪੇਸ ਦੇ ਵਿੱਚ ਕਿਹੜੇ ਆਊਟਕਮ ਹੈ ਜਿਨ੍ਹਾਂ ਦੇ ਵਿੱਚ ਐਗਜ਼ੈਕਟਲੀ ਇੱਕ ਹੈਡ ਆਇਆ। ਐਟ ਲੀਸਟ ਵਨ ਟੇਲ ਅਪੀਅਰਸ ਲਿਖਤਾ ਤਾਂ ਅਸੀਂ ਦੇਖਣਾ ਵੀ ਸੈਂਪਲ ਸਪੇਸ ਦੇ ਵਿੱਚ ਕਿਹੜੇ ਆਊਟਕਮ ਹੈ ਜਿਨ੍ਹਾਂ ਦੇ ਵਿੱਚ ਐਟ ਲੀਸਟ ਇੱਕ ਟੇਲ ਆਇਆ, ਘੱਟੋ ਘੱਟ ਇੱਕ ਟੇਲ ਆਇਆ ਹੋਇਆ। ਠੀਕ ਹੈ ਕਿ ਉਹ ਵਾਲਾ ਜਿਹੜਾ ਬਣਾ ਲਾਂਗੇ, ਸੈੱਟ ਬਣਾ ਲਾਂਗੇ। ਇਹ ਸੈੱਟ ਜਿਹੜਾ ਹੋਏਗਾ ਇਹੀ ਇਵੈਂਟ ਹੋਏਗਾ। ਠੀਕ ਹੈ ਕਿ ਤਾਂ ਸਾਰੀਆਂ ਇਵੈਂਟਸ ਜਿਹੜੀਆਂ ਹੁੰਦੀਆਂ ਉਹ ਕੀ ਹੁੰਦੀਆਂ, ਇਹਦੀਆਂ ਸਬਸੈਟ ਹੁੰਦੀਆਂ। ਜਿਵੇਂ ਇਹਨਾਂ ਨੇ ਹੋਰ ਦੇਖੋ ਇਵੈਂਟਸ ਇਹਦੇ ਵਿੱਚ ਦਿਖਾਈਆਂ ਆਪਾਂ ਡਿਸਕਸ ਕੀਤੀਆਂ ਹੋਈਆਂ। ਨੰਬਰ ਆਫ ਟੇਲਸ ਇਜ਼ ਐਗਜ਼ੈਕਟਲੀ 2। ਐਗਜ਼ੈਕਟਲੀ 2 ਟੇਲਸ, ਤਾਂ ਇੱਕ ਇਵੈਂਟ ਦੇ ਵਿੱਚ 2 ਟੇਲਸ ਸੀਗੀਆਂ, ਸਾਨੂੰ ਪਤਾ TT ਵਾਲੀ ਇਵੈਂਟ। ਤਾਂ ਨੰਬਰ ਆਫ ਟੇਲਸ ਇਜ਼ ਐਟ ਲੀਸਟ 1, ਐਟ ਲੀਸਟ ਇੱਕ ਟੇਲ ਹੋਵੇ, ਤਾਂ ਉਹੀ ਜਿਹੜਾ ਆਪਾਂ ਉਹਨੇ ਡਿਸਕਸ ਕੀਤਾ। ਨੰਬਰ ਆਫ ਹੈਡਸ ਇਜ਼ ਐਟ ਮੋਸਟ 1, ਵੱਧ ਤੋਂ ਵੱਧ ਇੱਕ ਹੈਡ ਹੋਵੇ, ਜਾਨੀ ਜਾਂ ਤਾਂ ਕੋਈ ਹੈਡ ਨਾ ਹੋਵੇ ਜਾਂ ਇੱਕ ਹੈਡ ਹੋਵੇ। ਐਟ ਮੋਸਟ ਤਾਂ ਸਭ ਤੋਂ ਵੱਧ ਇੱਕ ਹੋਵੇ, ਯਾਨੀ ਦੋਵੇਂ ਹੈਡ ਨਾ ਹੋਣ, ਚਾਹੇ ਤਾਂ ਇੱਕ ਹੈਡ ਹੋਵੇ ਚਾਹੇ ਕੋਈ ਹੈਡ ਨਾ ਹੋਵੇ। ਤਾਂ ਆਹ ਤਿੰਨ ਇਹਦੇ 'ਚ ਆਊਟਕਮ ਜਾਂ ਸੈਂਪਲ ਪੁਆਇੰਟਸ ਆ ਜਾਣਗੇ।
ਦੂਸਰਾ ਕਿਹਾ ਸੈਕੰਡ ਟਾਸ ਇਜ਼ ਨਾਟ ਹੈਡ, ਦੂਸਰਾ ਟਾਸ ਹੈ ਜਿਹੜਾ ਉਹ ਹੈਡ ਨਾ ਹੋਵੇ। ਤਾਂ ਦੂਸਰਾ ਟਾਸ ਹੈਡ ਨਾ ਹੋਵੇ, ਆਪਾਂ ਸੈਂਪਲ ਸਪੇਸ ਤੋਂ ਦੇਖ ਲਾਂਗੇ ਜਿਹ 'ਚ ਦੂਸਰਾ ਟਾਸ ਹੈਡ ਨਹੀਂ ਹੈਗਾ, ਇਹ 'ਚ ਦੂਸਰਾ ਟਾਸ ਹੈਡ ਹੈ, ਇਹਦੇ 'ਚ ਦੂਸਰਾ ਟਾਸ ਹੈਡ ਹੈ ਨਹੀਂ, ਇਹਦੇ 'ਚ ਦੂਸਰਾ ਟਾਸ ਹੈਡ ਹੈ, ਇਹਦੇ 'ਚ ਦੂਸਰਾ ਟਾਸ ਹੈਡ ਨਹੀਂ ਹੈਗਾ। ਤਾਂ ਆਹ ਵਾਲਾ ਤੇ ਆਹ ਵਾਲਾ ਇਹਦੇ 'ਚ ਆਊਟਕਮ ਆ ਜਾਏਗਾ, ਇਹਦਾ ਸੈਂਪਲ ਪੁਆਇੰਟ ਆ ਜਾਏਗਾ HT ਤੇ TT। ਇਹ ਅੱਗੇ ਕਹਿੰਦਾ ਨੰਬਰ ਆਫ ਟੇਲਸ ਇਜ਼ ਆਲਮੋਸਟ ਐਟ ਮੋਸਟ 2, ਨੰਬਰ ਆਫ ਟੇਲਸ ਇਜ਼ ਐਟ ਮੋਸਟ, ਸਭ ਤੋਂ ਵੱਧ 2 ਟੇਲਸ ਹੋਣ, ਯਾਨੀ ਵੱਧ ਤੋਂ ਵੱਧ 2 ਟੇਲ ਹੋਣ, ਤਾਂ ਯਾਨੀ ਘੱਟ ਤੋਂ ਘੱਟ 0 ਵੀ ਹੋ ਸਕਦੀਆਂ, 1 ਵੀ ਹੋ ਸਕਦੀਆਂ, 2 ਵੀ ਹੋ ਸਕਦੀਆਂ, ਇਹਦੇ 'ਚ ਸਾਰੇ ਆ ਜਾਣਗੇ। HH ਵੀ ਆ ਜਾਊਗਾ, ਇਹ 'ਚ ਕੋਈ ਟੇਲ ਨਹੀਂ ਹੈਗਾ, ਇਹ 'ਚ 1 ਟੇਲ ਹੈ, ਇਹ 'ਚ 1 ਟੇਲ ਹੈ, ਇਹ 'ਚ 2 ਟੇਲ ਨੇ। ਤਾਂ ਸਾਰੀ ਇਵੈਂਟ ਸਾਰੇ ਜਿਹੜੇ ਆਊਟਕਮ ਦੇ ਵਿੱਚ ਆਏਗੇ। ਨੰਬਰ ਆਫ ਟੇਲਸ ਇਜ਼ ਮੋਰ ਦੈਨ 2, ਹੁਣ ਜਦੋਂ ਕੋਇਨ ਹੀ 2 ਵਾਰੀ ਟਾਸ ਕੀਤਾ ਹੈ ਤਾਂ 2 ਤੋਂ ਜ਼ਿਆਦਾ ਟੇਲ ਕਿਵੇਂ ਆ ਸਕਦੇ ਹੈ? ਤਾਂ ਨਹੀਂ ਆਉਣਗੇ, ਫਾਈ ਇਹ 'ਚ ਕੋਈ ਨਹੀਂ ਆਏਗਾ। ਜਦੋਂ ਅਸੀਂ ਇਹਨੂੰ ਲਿਖਣ ਬੈਠਾਂਗੇ 2 ਤੋਂ ਵੱਧ ਟੇਲ ਤਾਂ ਕਿਤੇ ਆਏ ਹੀ ਨਹੀਂ ਗਏ, ਆਹੀ ਇੰਨੇ ਹੀ ਸਾਡੇ ਕੋਲੇ ਆਊਟਕਮ ਸੀਗੇ, ਇਹਨਾਂ 'ਚ ਕਿਸੇ 'ਚ ਵੀ 2 ਤੋਂ ਜ਼ਿਆਦਾ ਟੇਲ ਨਹੀਂ ਹੈ, ਠੀਕ ਹੈ ਕਿ ਨਹੀਂ? ਤਾਂ ਇਹ ਫਾਈ ਦੇ ਇੱਕੋ ਸਮਝ ਲੱਗ ਗਈ। ਹੁਣ ਇਹਦੀਆਂ ਟਾਈਪਸ ਆ ਗਈਆਂ ਇਵੈਂਟਸ ਦੇ ਵਿੱਚ। ਪਹਿਲਾਂ ਹੈਗੀ ਹੈ ਇੰਪੋਸੀਬਲ ਐਂਡ ਸ਼ੋਰ ਇਵੈਂਟ। ਇੰਪੋਸੀਬਲ ਇਵੈਂਟ ਕੀ ਹੁੰਦੀ ਹੈ? ਜਿਹੜੀ ਹੋਣੀ ਪੋਸੀਬਲ ਨਹੀਂ ਹੈਗੀ, ਜਿਵੇਂ ਹੁਣੇ ਆਪਾਂ ਲਾਸਟ ਦੇ ਵਿੱਚ ਡਿਸਕਸ ਕੀਤੇ ਸੀਗੇ ਪਾਈ ਸੈੱਟ। ਤਾਂ ਨੰਬਰ ਆਫ ਟੇਲਸ ਇਜ਼ ਮੋਰ ਦੈਨ 2 ਹੋ ਹੀ ਨਹੀਂ ਸਕਦੀਆਂ, ਕਿਉਂਕਿ 2 ਵਾਰੀ ਟਾਸ ਕੀਤਾ, 2 ਤੋਂ ਜ਼ਿਆਦਾ ਟੇਲਸ ਕਿਵੇਂ ਆ ਸਕਦੀਆਂ? ਤਾਂ ਇਹਨੂੰ ਅਸੀਂ ਇੱਕ ਇੰਪੋਸੀਬਲ ਇਵੈਂਟ ਕਹਿੰਦੇ ਹਾਂ। ਇਹਦੇ 'ਚ ਕੋਈ ਐਲੀਮੈਂਟ ਨਹੀਂ ਹੋਏਗਾ, ਇਹ 'ਚ ਫਾਈ ਆਏਗਾ ਆਨਸਰ। ਹੁਣ ਆਪਾਂ ਇੱਕ ਹੋਰ ਐਗਜ਼ਾਮਪਲ ਡਿਸਕਸ ਕਰਦੇ ਹਾਂ। ਕੱਲ ਆਪਾਂ ਇੱਕ ਰੈਂਡਮ ਐਕਸਪੈਰੀਮੈਂਟ ਡਿਸਕਸ ਕੀਤਾ ਸੀ ਡਾਈ ਵਾਲਾ, ਵੀ ਇੱਕ ਡਾਈ ਥਰੋ ਕੀਤੀ ਜਾਂਦੀ ਹੈ, ਠੀਕ ਹੈ। ਤਾਂ ਉਹਦਾ ਸੈਂਪਲ ਸਪੇਸ ਕੀ ਆਇਆ ਸੀਗਾ? S = 1 2 3 4 5 6, ਯਾਨੀ ਜਦੋਂ ਅਸੀਂ ਡਾਈ ਥਰੋ ਕਰਦੇ ਹਾਂ ਤਾਂ 1 ਤੋਂ ਲੈ ਕੇ 6 ਤੱਕ ਨੰਬਰ ਉਹਦੇ ਉੱਤੇ ਜਿਹੜੇ ਆ ਅਪੀਅਰ ਹੁੰਦੇ। ਤਾਂ ਇੱਕ ਮੈਂ ਸੈਂਪਲ ਸਪੇਸ ਇੱਕ ਮੈਂ ਇਵੈਂਟ ਇੱਥੇ ਤੁਹਾਡੇ ਸਾਹਮਣੇ ਡਿਸਕ੍ਰਾਈਬ ਕਰਦਾ। ਨੰਬਰ greater than 6 appears, ਇਹ ਜਿਹੜਾ ਨੰਬਰ ਅਪੀਅਰ ਹੁੰਦਾ ਹੈ ਉਹ greater than 6 ਹੈ, 6 ਤੋਂ ਵੱਡਾ ਹੈ। ਤਾਂ ਇਸ ਇਵੈਂਟ 'ਚ ਹੁਣ ਤੁਸੀਂ ਦੱਸੋ ਕਿਹੜੇ ਐਲੀਮੈਂਟ ਆਉਣਗੇ? 6 ਤੋਂ ਵੱਡਾ ਤਾਂ ਐਲੀਮੈਂਟ ਪੋਸੀਬਲ ਹੀ ਨਹੀਂ, ਠੀਕ ਹੈ। 6 ਤੋਂ ਵੱਡਾ ਤਾਂ ਆਉਣਾ ਪੋਸੀਬਲ ਹੀ ਨਹੀਂ ਹੈ। ਕਿਸੇ ਵੀ ਡਾਈ ਨੂੰ ਜਦੋਂ ਅਸੀਂ ਥਰੋ ਕਰਦੇ ਹਾਂ ਤਾਂ 1 ਤੋਂ ਲੈ ਕੇ 6 ਤੱਕ ਹੀ ਆ ਸਕਦਾ, 7 ਵੀ ਨਹੀਂ ਆ ਸਕਦਾ ਕਦੇ। ਤਾਂ ਇਹਦੇ 'ਚ ਸਾਡੇ ਕੋਲ ਜਦੋਂ ਅਸੀਂ ਲਿਖਾਂਗੇ ਤਾਂ ਕੋਈ ਵੀ ਐਲੀਮੈਂਟ ਇਹਦੇ ਵਿੱਚ ਨਹੀਂ ਆਏਗਾ, ਕਿਉਂਕਿ 6 ਤੋਂ ਵੱਡਾ ਐਲੀਮੈਂਟ ਹੈ ਹੀ ਨਹੀਂ ਇਹਦੇ ਵਿੱਚ, ਠੀਕ ਹੈ। ਤਾਂ E = ਕੀ ਆ ਗਿਆ? 5, ਯਾਨੀ ਇਹ ਇੱਕ ਇੰਪੋਸੀਬਲ ਇਵੈਂਟ ਹੈ ਜਿਹੜੀ ਹੋ ਹੀ ਨਹੀਂ ਸਕਦੀ, ਠੀਕ ਹੈ। 6 ਤੋਂ ਵੱਡਾ ਆਉਣਾ ਪੋਸੀਬਲ ਹੀ ਨਹੀਂ ਡਾਈ ਥਰੋ ਕਰੇ ਤੋਂ, ਤਾਂ ਕੀ ਹੋ ਗਈ? ਇੱਕ ਇੰਪੋਸੀਬਲ ਇਵੈਂਟ। ਯਾਨੀ E ਦੇ ਵਿੱਚ ਜੇ ਕੋਈ ਵੀ ਐਲੀਮੈਂਟ ਨਾ ਹੋਵੇ ਤਾਂ E ਇਵੈਂਟ ਕੀ ਹੁੰਦੀ ਹੈ? ਇੰਪੋਸੀਬਲ ਇਵੈਂਟ। ਠੀਕ ਹੈ, ਇੰਪੋਸੀਬਲ ਇਵੈਂਟ। ਇਸੇ ਤਰ੍ਹਾਂ ਇੱਕ ਸ਼ੋਰ ਇਵੈਂਟ ਹੁੰਦੀ ਹੈ। ਸ਼ੋਰ ਇਵੈਂਟ ਹੁੰਦੀ ਹੈ ਵੀ ਜਿਹੜੀ ਹਰ ਹਾਲਤ 'ਚ ਹੋਵੇ ਹੀ ਹੋਵੇ। ਹੁਣ ਮੈਂ ਇੱਕ ਹੋਰ ਤੁਹਾਡੇ ਸਾਹਮਣੇ ਜਿਵੇਂ ਰੱਖਦਾ ਐਗਜ਼ਾਮਪਲ, ਇੱਕ ਹੋਰ ਇਵੈਂਟ ਲੈਂਦੇ ਅਸੀਂ F ਨੰਬਰ ਲੈਸ ਦੈਨ or equal to 6 appears। ਵੀ ਜਦੋਂ ਅਸੀਂ ਡਾਈ ਥਰੋ ਕੀਤੀ ਤਾਂ ਨੰਬਰ ਜਾਂ ਤਾਂ 6 ਤੋਂ ਛੋਟਾ ਆਇਆ ਜਾਂ 6 ਆਇਆ। ਤਾਂ ਇਹਦੇ 'ਚ ਕਿਹੜੇ ਆ ਜਾਣਗੇ? 1 ਆ ਗਿਆ ਤਾਂ ਵੀ 6 ਤੋਂ ਛੋਟਾ, 2 ਆ ਗਿਆ ਤਾਂ ਵੀ 6 ਤੋਂ ਛੋਟਾ, 3 ਆ ਗਿਆ ਤਾਂ ਵੀ 6 ਤੋਂ ਛੋਟਾ, 4 ਆ ਗਿਆ ਤਾਂ ਵੀ 6 ਤੋਂ ਛੋਟਾ, 5 ਆ ਗਿਆ ਤਾਂ ਵੀ 6 ਤੋਂ ਛੋਟਾ, ਤੇ ਜੇ 6 ਆ ਗਿਆ ਤਾਂ ਵੀ equal to 6 ਤਾਂ ਹੈਗਾ ਨਾ। ਲੈਸ ਦੈਨ ਜਾਂ equal to ਕਿਹਾ ਤਾਂ ਲੈਸ ਦੈਨ ਤਾਂ ਨਹੀਂ ਹੈਗਾ, equal to ਹੈ। ਇਹਦਾ ਮਤਲਬ ਆ ਸਾਰੇ ਇਹਦੇ ਵਿੱਚ ਆ ਜਾਣਗੇ। ਇਹ equal to ਕਾਹਦੇ ਹੋ ਗਏ? ਇਹ ਸੈਂਪਲ ਸਪੇਸ ਦੇ ਇਕੁਅਲ ਹੋ ਗਏ। ਤਾਂ ਆਹ ਵਾਲੀ ਇਵੈਂਟ ਹਰ ਹਾਲਤ 'ਚ ਹੋਏਗੀ। ਜਦੋਂ ਵੀ ਅਸੀਂ ਡਾਈ ਥਰੋ ਕਰਾਂਗੇ ਤਾਂ ਨੰਬਰ ਜਾਂ ਤਾਂ 6 ਤੋਂ ਛੋਟਾ ਆਏਗਾ ਜਾਂ 6 ਆਏਗਾ, ਠੀਕ ਹੈ ਕਿ ਨਹੀਂ? ਤਾਂ ਇਹ ਇਵੈਂਟ ਆਲਵੇਜ਼ ਹੋਏਗੀ। ਐਸੇ ਨੂੰ ਅਸੀਂ ਸ਼ੋਰ ਇਵੈਂਟ ਕਹਿੰਦੇ। ਤਾਂ ਉਹ ਇਵੈਂਟ ਜਿਹੜੀ ਹਰ ਵਾਰ ਹੋਵੇ ਹੀ ਹੋਵੇ, ਮਤਲਬ 100% ਉਹੀ ਇਵੈਂਟ ਜਿਹੜੀ ਹੈਗੀ ਆ ਉਹ ਹੋਵੇ, ਤਾਂ ਉਸ ਵਾਲੀ ਇਵੈਂਟ ਨੂੰ ਅਸੀਂ ਸ਼ੋਰ ਇਵੈਂਟ ਕਹਿੰਦੇ, ਠੀਕ ਹੈ। ਲਿਖਣਾ ਚਾਹੀਏ ਤੁਹਾਨੂੰ ਕੋਈ ਕਹੇ ਵੀ ਪ੍ਰੂਵ ਦੈਟ ਦਿਸ ਇਜ਼ ਐਨ ਇੰਪੋਸੀਬਲ ਇਵੈਂਟ, ਤਾਂ ਅਸੀਂ ਉਹਦੇ 'ਚ ਲਿਖ ਕੇ ਦਿਖਾਵਾਂਗੇ ਵੀ ਆਹ ਵਾਲੀ ਹੈਗੀ ਆ ਸਾਡੇ ਕੋਲ ਸੈਂਪਲ ਸਪੇਸ,
ਤੇ ਐਸ ਇਵੈਂਟ ਦੇ ਅਨੁਸਾਰ ਇਹਦੇ 'ਚ ਕੋਈ ਐਲੀਮੈਂਟ ਨਹੀਂ ਆਉਂਦਾ, ਇਕੁਅਲਸ ਟੂ 5 ਹੈ, ਇਸ ਕਰਕੇ ਇਹ ਇੰਪੋਸੀਬਲ ਇਵੈਂਟ ਹੈ। ਠੀਕ ਹੈ, ਇਸ ਤਰੀਕੇ ਨਾਲ ਅਸੀਂ ਇਹਨੂੰ ਦੱਸ ਸਕਦੇ ਹਾਂ। ਠੀਕ ਹੈ, ਨੈਕਸਟ ਹੈਗੇ ਸਿੰਪਲ ਇਵੈਂਟ। ਸਿੰਪਲ ਇਵੈਂਟ ਉਹ ਹੁੰਦੀ ਹੈ ਜਿਹਦੇ 'ਚ ਸਿਰਫ ਇੱਕ ਹੀ ਐਲੀਮੈਂਟ ਹੋਵੇ। ਠੀਕ ਹੈ, ਕਿ ਜਿਵੇਂ ਆਹ ਸੈਂਪਲ ਸਪੇਸ ਆ ਤੁਹਾਡੀ, ਆ ਇਵੈਂਟ ਲਿਖਦੇ E1 ਇਹ 'ਚ ਕੀ ਨੇ ਐਲੀਮੈਂਟ ਹੈ ਇੱਕ, E2 'ਚ ਕਿੰਨੇ ਆ ਉਹ 'ਚ ਵੀ ਇੱਕ, E3 'ਚ ਕਿੰਨੇ ਉਹ ਵੀ ਇੱਕ, E4 'ਚ ਕਿੰਨੇ ਉਹ ਵੀ ਇੱਕ। ਤਾਂ ਇੱਕੋ ਹੀ ਸੈਂਪਲ ਪੁਆਇੰਟ ਹੋਵੇ ਕਿਸੇ ਇਵੈਂਟ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਸਿੰਪਲ ਇਵੈਂਟ ਜਾਂ ਐਲੀਮੈਂਟਰੀ ਇਵੈਂਟ ਵੀ ਕਹਿੰਦੇ। ਠੀਕ ਹੈ, ਕੰਪਾਊਂਡ ਇਵੈਂਟ ਹੁੰਦੇ ਆ ਜਿਹ 'ਚ ਇੱਕ ਤੋਂ ਜ਼ਿਆਦਾ ਐਲੀਮੈਂਟਸ ਹੋਣ। ਠੀਕ ਹੈ, ਇੱਕ ਤੋਂ ਜ਼ਿਆਦਾ ਸੈਂਪਲ ਪੁਆਇੰਟਸ ਕਹਿ ਲਓ ਜਾਂ ਇਵੈਂਟ ਆਊਟਕਮਸ ਹੋਣ, ਇਵੈਂਟਸ ਗੱਲ ਕਹਿ ਰਹੇ ਨੇ। ਇਫ ਐਨ ਇਵੈਂਟ ਹੈਜ਼ ਮੋਰ ਦੈਨ ਵਨ ਸੈਂਪਲ ਪੁਆਇੰਟ, ਉਹ ਵਾਲੇ ਇਵੈਂਟ ਜਿਹਦੇ 'ਚ ਇੱਕ ਤੋਂ ਜ਼ਿਆਦਾ ਐਲੀਮੈਂਟਸ ਹੋਣ ਜਾਂ ਸੈਂਪਲ ਪੁਆਇੰਟਸ, ਉਹਨੂੰ ਅਸੀਂ ਕੰਪਾਊਂਡ ਇਵੈਂਟ ਕਹਿੰਦੇ ਹਾਂ। ਜਿਵੇਂ ਆਹ ਤੁਹਾਡੇ ਕੋਲ ਲਿਖਿਆ E, ਅਸੀਂ ਇਹ ਕਿਹੜੀ ਲਈ ਐਕਸਪੈਰੀਮੈਂਟ, ਟੌਸਿੰਗ ਕੋਇਨ ਥਰਾਈਸ, 3 ਵਾਰੀ ਕੋਇਨ ਨੂੰ ਟੌਸ ਕਰਨ ਵਾਲੀ ਇਵੈਂਟ ਲੈ ਰਹੇ ਹਾਂ ਅਸੀਂ, ਆਹ ਐਕਸਪੈਰੀਮੈਂਟ ਦੀ ਗੱਲ ਕਰ ਰਹੇ ਹਾਂ। ਉਸ ਐਕਸਪੈਰੀਮੈਂਟ ਦਾ ਜਿਹਦੀ ਵੀ ਐਕਸਪੈਰੀਮੈਂਟ ਦੀ ਅਸੀਂ ਗੱਲ ਕਰਾਂਗੇ ਪਹਿਲਾਂ ਉਹਦਾ ਸੈਂਪਲ ਸਪੇਸ ਲਿਖਾਂਗੇ। ਕੱਲ ਵੀ ਮੈਂ ਤੁਹਾਨੂੰ ਕਿਹਾ ਸੀ ਵੀ ਸੈਂਪਲ ਸਪੇਸ ਤੋਂ ਬਿਨਾਂ ਗੱਲ ਨਹੀਂ ਚੱਲਣੀ। ਹੁਣ ਜਦੋਂ ਵੀ ਅਸੀਂ ਕੋਈ ਐਕਸਪੈਰੀਮੈਂਟ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਉਹਦਾ ਸੈਂਪਲ ਸਪੇਸ ਲਿਖਾਂਗੇ। ਸੈਂਪਲ ਸਪੇਸ ਤੋਂ ਗਾਹਾਂ ਫਿਰ ਆਹ ਵਾਲੀਆਂ ਚੱਲਣੀਆਂ। ਹੁਣ ਜੇ ਮੈਂ ਗੱਲ ਕਰ ਰਿਹਾ ਟੌਸਿੰਗ ਅ ਕੋਇਨ ਥਰਾਈਸ, ਇਹ ਅਸੀਂ ਕੱਲ ਇਹਦਾ ਸੈਂਪਲ ਸਪੇਸ ਬਣਾਇਆ ਸੀਗਾ। ਕੀ ਸੀਗਾ, 3 ਹੈਡ ਆ ਸਕਦੇ ਨੇ, 2 ਹੈਡ 1 ਟੇਲ ਵਾਲੀਆਂ 3 ਇਵੈਂਟਸ ਬਣਾਈਆਂ ਸੀਗੀਆਂ ਵੀ ਪਹਿਲਾਂ ਹੈਡ ਹੈਡ ਟੇਲ ਆਵੇ ਜਾਂ ਹੈਡ ਟੇਲ ਹੈਡ ਆਵੇ ਜਾਂ ਟੇਲ ਹੈਡ ਹੈਡ ਆਵੇ। ਫਿਰ ਕੀ ਹੋ ਸਕਦਾ ਸੀਗਾ, ਹੁਣ 2 ਟੇਲਸ ਆ ਸਕਦੇ ਸੀ, ਟੇਲ ਟੇਲ ਹੈਡ ਜਾਂ ਟੇਲ ਹੈਡ ਟੇਲ ਜਾਂ ਹੈਡ ਟੇਲ ਟੇਲ, ਤੇ ਜਾਂ ਤਿੰਨੇ ਹੀ ਟੇਲ ਹੋ ਸਕਦੇ। ਹੁਣ ਇਹ 'ਚੋਂ ਆ ਇਵੈਂਟਸ ਦੀ ਗੱਲ ਕਰ ਰਿਹਾ ਹੈ ਕਿ ਇੱਕ ਇਵੈਂਟ ਐਗਜ਼ੈਕਟਲੀ 1 ਹੈਡ ਅਪੀਅਰਡ, ਐਗਜ਼ੈਕਟਲੀ ਇੱਕ ਹੈਡ ਆਵੇ। ਕਿਹੜੀਆਂ ਕਿਹੜੀਆਂ ਇਵੈਂਟਸ ਹੈ ਜਿਨ੍ਹਾਂ 'ਚ ਐਗਜ਼ੈਕਟਲੀ ਇੱਕ ਹੈਡ ਹੈ, ਇਹ ਕਿਹੜੀਆਂ ਕਿਹੜੀਆਂ ਸਾਰੀਆਂ ਆਊਟਕਮਸ ਹੈ ਜਿਨ੍ਹਾਂ 'ਚ ਐਗਜ਼ੈਕਟਲੀ ਇੱਕ ਹੈਡ ਹੈ, ਆਹ 3। ਠੀਕ ਹੈ, ਅਸੀਂ ਜਦੋਂ ਇਹਦੇ ਵਿੱਚ ਲਿਖਣ ਬੈਠਾਂਗੇ ਤਾਂ ਆਹ 3 ਐਲੀਮੈਂਟ ਇਹਦੇ ਵਿੱਚ ਆ ਜਾਣਗੇ, TTH ਆ ਜਾਏਗਾ, THT ਆ ਜਾਏਗਾ ਤੇ HTT। ਫਿਰ ਆ ਗਿਆ ਐਟਲੀਸਟ 1 ਹੈਡ ਅਪੀਅਰ। ਤਾਂ ਹੁਣ ਇਹ 'ਚ ਤੁਸੀਂ ਦੇਖੋ ਇੱਕ ਤੋਂ ਜ਼ਿਆਦਾ ਐਲੀਮੈਂਟਸ ਆ ਨਾ, ਤਾਂ ਇਹਦਾ ਮਤਲਬ ਕੀ ਹੈ, ਇਹ ਕੰਪਾਊਂਡ ਇਵੈਂਟ ਹੈ। ਐਟਲੀਸਟ 1 ਹੈਡ ਅਪੀਅਰ, ਘੱਟੋ ਘੱਟ ਇੱਕ ਹੈਡ ਹੋਵੇ, ਯਾਨੀ ਇੱਕ ਉਹ ਛੱਡ ਦਿਓ ਜਿਹ 'ਚ ਕੋਈ ਹੈਡ ਨਹੀਂ, ਬਾਕੀ ਸਾਰੀਆਂ ਹੀ ਇਹਦੇ 'ਚ ਆ ਜਾਣਗੀਆਂ, ਸਾਰੀਆਂ ਹੀ ਆਊਟਕਮਸ ਸਾਰੇ ਹੀ ਸੈਂਪਲ ਪੁਆਇੰਟ ਦੇ ਵਿੱਚ ਆ ਜਾਣਗੇ। ਇਸੇ ਤਰ੍ਹਾਂ ਜੀ ਕੀ ਕਹਿੰਦਾ, ਐਟ ਮੋਸਟ 1 ਹੈਡ ਅਪੀਅਰ, ਵੱਧ ਤੋਂ ਵੱਧ ਇੱਕ ਹੈਡ ਹੋਵੇ, ਯਾਨੀ ਜਾਂ ਤਾਂ ਕੋਈ ਵੀ ਹੈਡ ਨਾ ਹੋਵੇ ਜਾਂ ਇੱਕ ਹੈਡ ਹੋਵੇ। ਤਾਂ ਆਹ ਵਾਲੀਆਂ ਲਾਸਟ ਵਾਲੇ 4 ਆਊਟਕਮ ਦੇ ਵਿੱਚ ਆ ਜਾਣਗੇ, 4 ਲਾਸਟ ਵਾਲੇ ਸੈਂਪਲ ਪੁਆਇੰਟਸ ਇਹਦੇ ਵਿੱਚ ਆ ਜਾਣਗੇ। ਤਾਂ ਇਹ ਸਾਰੀਆਂ ਕੀ ਨੇ, ਸਾਰਿਆਂ ਦੇ ਵਿੱਚ ਤੁਸੀਂ ਦੇਖੋ ਇੱਕ ਤੋਂ ਜ਼ਿਆਦਾ ਸੈਂਪਲ ਪੁਆਇੰਟਸ ਨੇ ਜਾਂ ਇੱਕ ਤੋਂ ਜ਼ਿਆਦਾ ਐਲੀਮੈਂਟਸ ਨੇ, ਤਾਂ ਇਹ ਕਿਹੜੀਆਂ ਇਵੈਂਟਸ ਨੇ, ਸਾਰੀਆਂ ਕੰਪਾਊਂਡ ਇਵੈਂਟਸ ਕਹਿੰਦੇ ਨੇ। ਅੱਗੇ ਆ ਸਾਡੇ ਕੋਲੇ ਕੰਪਲੀਮੈਂਟਰੀ ਇਵੈਂਟ। ਜਿਵੇਂ ਅਸੀਂ ਸੈੱਟ ਦਾ ਕੰਪਲੀਮੈਂਟ ਫਾਈਂਡ ਕੀਤਾ ਸੀ, ਉਵੇਂ ਇਵੈਂਟ ਦਾ ਵੀ ਕੰਪਲੀਮੈਂਟ ਅਸੀਂ ਫਾਈਂਡ ਕਰ ਸਕਦੇ ਹਾਂ। ਸੈੱਟ A ਦਾ A' ਫਾਈਂਡ ਕੀਤਾ ਸੀ ਸੈੱਟਸ ਵਾਲੇ ਚੈਪਟਰ ਦੇ ਵਿੱਚ, ਉਸੇ ਤਰੀਕੇ ਨਾਲ ਅਸੀਂ ਕੰਪਲੀਮੈਂਟਰੀ ਇਵੈਂਟ ਫਾਈਂਡ ਕਰ ਸਕਦੇ ਹਾਂ। ਆਪਾਂ ਇੱਕ ਐਗਜ਼ਾਮਪਲ ਲੈ ਕੇ ਗੱਲ ਨੂੰ ਸਮਝਦੇ ਹਾਂ। ਅਸੀਂ ਉਹੀ ਡਾਈ ਵਾਲਾ ਐਕਸਪੈਰੀਮੈਂਟ ਲੈ ਲਈਏ, ਉਹਦੇ 'ਚ ਸੈਂਪਲ ਸਪੇਸ ਆ 1 2 3 4 5 6। ਇੱਕ ਮੈਂ ਇਵੈਂਟ ਇੱਥੇ ਤੁਹਾਨੂੰ ਦੱਸਦਾ, ਇਵੈਂਟ ਡਿਸਕ੍ਰਾਈਬ ਕਰਦੇ ਆਪਾਂ। ਇਹ ਇਵੈਂਟ ਲੈ ਲਈ, ਨੰਬਰ ਅਪੀਅਰਡ is less than 5। ਤਾਂ ਇਹ ਕੀ ਇਵੈਂਟ ਹੈ, ਉਹ ਜਿਹੜਾ ਨੰਬਰ ਅਪੀਅਰ ਹੋ ਰਿਹਾ ਉਹ ਲੈਸ ਦੈਨ 5 ਆ, 5 ਤੋਂ ਛੋਟਾ, ਯਾਨੀ 1 ਤੋਂ ਲੈ ਕੇ 4 ਤੱਕ 5 ਤੋਂ ਸਾਰੇ ਛੋਟੇ ਹਨ। ਯਾਨੀ ਜੇ ਡਾਈ ਦੇ ਉੱਤੇ 1 ਆ ਗਿਆ ਤਾਂ ਵੀ ਆਹ ਵਾਲੀ ਇਵੈਂਟ ਹੋ ਗਈ, ਜੇ ਡਾਈ ਤੇ 2 ਆ ਗਿਆ ਤਾਂ ਵੀ ਉਹ ਲੈਸ ਦੈਨ 5 ਹੈ, 3 ਆ ਗਈ ਤਾਂ ਵੀ, ਜੇ 4 ਆ ਗਈ ਤਾਂ ਵੀ। ਤਾਂ 5 ਤੋਂ ਛੋਟੇ ਜਿੰਨੇ ਵੀ ਇਹਦੇ ਵਿੱਚ ਐਲੀਮੈਂਟ ਸੀ, ਜਿੰਨੇ ਵੀ ਸੈਂਪਲ ਪੁਆਇੰਟ ਸੀਗੇ, ਉਹ ਸਾਰੇ ਇਸ ਇਵੈਂਟ ਦੇ ਵਿੱਚ ਆ ਜਾਣਗੇ। ਠੀਕ ਹੈ ਨਾ। ਹੁਣ ਅਸੀਂ ਨੋਟ ਏ ਫਾਈਂਡ ਕਰ, ਨੋਟ ਏ ਕੀ ਹੋਏਗਾ, ਨੰਬਰ ਅਪੀਅਰਡ is not less than 5। ਠੀਕ ਹੈ ਨਾ, ਜਿਹੜਾ ਨੰਬਰ ਅਪੀਅਰ ਹੋ ਰਿਹਾ ਉਹ ਲੈਸ ਦੈਨ 5 ਨਹੀਂ ਹੈ, ਤੈਨੂੰ ਅਸੀਂ ਕਵਾਂਗੇ A' ਜਾਂ ਨੋਟ A। A' ਇਵੈਂਟ ਕੀ ਹੋਏਗੀ, ਇਹ
ਜਿਹੜਾ ਨੰਬਰ ਅਪੀਅਰ ਹੋ ਰਿਹਾ ਉਹ ਜਾਂ 5 ਤੋਂ ਲੈਸ ਨਹੀਂ ਹੈਗਾ, ਇਟ ਮੀਨਸ ਜਾਂ ਤਾਂ 5 ਦੇ ਇਕੁਅਲ ਹੈ ਜਾਂ 5 ਤੋਂ ਵੱਡਾ ਹੈ। ਤਾਂ ਇਹਦਾ ਮਤਲਬ ਜਾਂ 5 ਆ ਸਕਦਾ ਹੈ ਜਾਂ 6 ਹੋ ਸਕਦਾ ਹੈ। ਤਾਂ ਕੀ ਕਰਿਆ ਅਸੀਂ ਕੰਪਲੀਮੈਂਟ ਫਾਈਂਡ ਕਰਨ ਵਾਸਤੇ ਕਰਨਾ ਕੀ ਹੁੰਦਾ, ਐਸ ਦੇ ਵਿੱਚੋਂ a ਮਾਈਨਸ ਕਰ। ਜਿਵੇਂ ਅਸੀਂ ਉੱਥੇ ਕੰਪਲੀਮੈਂਟਰੀ ਸੈੱਟ ਫਾਈਂਡ ਕਰਦੇ ਸੀ ਤਾਂ ਕੀ ਹੁੰਦਾ ਸੀ, ਸਾਡੇ ਕੋਲ ਇੱਕ u ਹੁੰਦਾ ਸੀ ਯੂਨੀਵਰਸਲ ਸੈੱਟ, ਉਹਦਾ ਇੱਕ ਸਬਸੈਟ ਅਸੀਂ a ਲੈਂਦੇ ਸੀਗੇ, ਠੀਕ ਹੈ ਕਿ ਨਹੀਂ। ਤੇ ਜੇ ਅਸੀਂ a ਡੈਸ਼ ਫਾਈਂਡ ਕਰਨਾ ਹੁੰਦਾ ਸੀ ਕੀ ਕਰਦੇ ਸੀ, u ਮਾਈਨਸ a ਕਰ ਦਿੰਦੇ ਸੀ, u ਦੇ ਵਿੱਚੋਂ a ਦੇ ਐਲੀਮੈਂਟਸ ਅਸੀਂ ਮਾਈਨਸ ਕਰ ਦਿੰਦੇ। ਤਾਂ ਇੱਥੇ ਤੁਹਾਨੂੰ ਪਤਾ ਹੈ ਵੀ ਜਿਹੜਾ ਸੈਂਪਲ ਸਪੇਸ ਆ ਉਹੀ ਸਾਡਾ ਯੂਨੀਵਰਸਲ ਸੈੱਟ ਹੁੰਦਾ ਹੈ। ਤਾਂ a ਡੈਸ਼ ਫਾਈਂਡ ਕਰਨ ਵਾਸਤੇ ਹਮੇਸ਼ਾ ਹੀ s ਮਾਈਨਸ a ਅਸੀਂ ਕਰ ਦੇਣਾ ਹੈ, ਠੀਕ ਹੈ। ਤਾਂ ਇਸ ਤੋਂ ਬਾਅਦ ਹੈ ਸਾਡੇ ਕੋਲੇ ਇਵੈਂਟ a ਔਰ b। a ਔਰ b ਕੀ ਹੁੰਦਾ, a ਤੇ b ਦਾ ਯੂਨੀਅਨ ਕਰ ਦੇਣਾ ਸੀ। a ਔਰ b ਜਿਵੇਂ ਸੈਟਸ ਵਿੱਚ ਅਸੀਂ ਕੀਤਾ ਸੀਗਾ, a ਸੈਟ a ਔਰ ਸੈਟ b ਮਤਲਬ ਹੁੰਦਾ a ਤੇ b ਦਾ ਯੂਨੀਅਨ ਕਰ। ਤੇ a ਐਂਡ b ਕਰਨਾ ਤਾਂ a ਇੰਟਰਸੈਕਸ਼ਨ ਵੀ ਕਾਮਨ ਐਲੀਮੈਂਟਸ ਆ ਜਾਣਗੇ ਇਹਦੇ ਵਿੱਚ, ਠੀਕ ਹੈ ਨਾ। ਤਾਂ ਇਹਦੇ 'ਚ ਇਸੇ ਤਰੀਕੇ ਨਾਲ ਜੇ ਤੁਹਾਨੂੰ ਕੋਈ ਕਵੇ ਇਵੈਂਟ a ਬਟ ਨਾਟ b ਤਾਂ ਉਹਦਾ ਮਤਲਬ ਹੁੰਦਾ a ਮਾਈਨਸ b, a ਦੇ ਵਿੱਚੋਂ b ਦੇ a ਤਾਂ ਹੋਵੇ ਪਰ b ਨਾ ਹੋਵੇ, ਤਾਂ a ਦੇ ਵਿੱਚੋਂ b ਦੇ ਐਲੀਮੈਂਟ ਮਾਈਨਸ ਕਰ ਦਿਓ ਤਾਂ a ਮਾਈਨਸ b, ਜਾਂ a ਇੰਟਰਸੈਕਸ਼ਨ b ਡੈਸ਼ ਵੀ ਕਹਿ ਸਕਦੇ ਹਾਂ। ਤਾਂ ਦੋਵੇਂ ਤਰੀਕੇ ਨਾਲ ਹੀ ਅਸੀਂ a ਬਟ ਨਾਟ b ਫਾਈਂਡ ਕਰ ਸਕਦੇ ਹਾਂ, ਠੀਕ ਹੈ ਕਿ a ਐਂਡ b ਫਾਈਂਡ ਕਰਨਾ ਤਾਂ ਇੰਟਰਸੈਕਸ਼ਨ ਕਰ ਦੇਣਾ ਹੈ, ਜੇ ਔਰ ਫਾਈਂਡ ਕਰਨਾ ਤਾਂ ਯੂਨੀਅਨ ਫਾਈਂਡ ਕਰ ਦੇਣਾ ਹੈ। ਤੇ ਜੇ ਅਸੀਂ ਕੰਪਲੀਮੈਂਟ ਆਫ ਐਲੀਮੈਂਟ ਨਾਟ a ਫਾਈਂਡ ਕਰਨਾ ਹੋਵੇ ਤਾਂ ਕੀ ਕਰਨਾ, a ਡੈਸ਼ ਫਾਈਂਡ ਕਰ ਲੈਣਾ, ਠੀਕ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਸਾਡੀਆਂ ਸੈਟਸ ਨਾਲ ਰਿਲੇਟਡ ਹੈ, ਤਾਂ ਇਸੇ ਤਰੀਕੇ ਨਾਲ ਅਸੀਂ ਇਹਨਾਂ ਨੂੰ ਕਰ ਸਕਾਂਗੇ। ਤਾਂ ਇਹਦੇ ਨਾਲ ਰਿਲੇਟਡ ਐਗਜ਼ਾਮਪਲ ਦੇਖੋ, ਕੰਸੀਡਰ ਦ ਐਕਸਪੈਰੀਮੈਂਟ ਆਫ ਰੋਲਿੰਗ ਅ ਡਾਈ। ਇੱਕ ਡਾਈ ਨੂੰ ਰੋਲ ਕਰਨ ਦੇ ਐਕਸਪੈਰੀਮੈਂਟ ਦੀ ਗੱਲ ਕਰ ਰਹੇ ਅਸੀਂ। ਉਹਦੇ 'ਚ ਸਭ ਤੋਂ ਪਹਿਲਾਂ ਉਹੀ ਗੱਲ ਸੈਂਪਲ ਸਪੇਸ ਬਣਾਵਾਂਗੇ, ਜਦੋਂ ਵੀ ਜਿਹੜੇ ਵੀ ਐਕਸਪੈਰੀਮੈਂਟ ਦੀ ਗੱਲ ਕਰਾਂਗੇ ਉਹਦਾ ਸੈਂਪਲ ਸਪੇਸ ਜ਼ਰੂਰ ਬਣਾਵਾਂਗੇ। ਤੇ ਇੱਕ ਡਾਈ ਨੂੰ ਰੋਲ ਕਰਨ ਦਾ ਸੈਂਪਲ ਸਪੇਸ ਕੀ ਸੀਗਾ, ਉਹਦੇ 'ਚ ਆਹ ਸਾਰੀਆਂ ਚੀਜ਼ਾਂ ਆ ਸਕਦੀਆਂ ਨੇ। ਫਿਰ ਉਹਦੇ 'ਚ ਦੋ ਇਵੈਂਟਸ ਉਹਨੇ ਦਿੱਤੇ, ਲੈਟ a be ਦਾ ਇਵੈਂਟ ਗੈਟਿੰਗ ਅ ਪ੍ਰਾਈਮ ਨੰਬਰ। ਇਹ ਇੱਕ ਇਵੈਂਟ ਇਹਨੇ ਡਿਸਕ੍ਰਾਈਬ ਕੀਤੀ ਹੈ, ਗੈਟਿੰਗ ਅ ਪ੍ਰਾਈਮ ਨੰਬਰ। ਪ੍ਰਾਈਮ ਨੰਬਰ ਕੀ ਹੁੰਦਾ, ਅਭਾਜ ਸੰਖਿਆ ਪੰਜਾਬੀ 'ਚ ਆਪਾਂ ਨੂੰ ਕਹਿੰਦੇ ਸੀ। ਤਾਂ a ਲਿਖ ਕੇ ਦੇਖੋ ਕਿਹੜੀਆਂ ਇਹਨਾਂ 'ਚੋਂ ਕਿਹੜੀਆਂ ਅਭਾਜ ਸੰਖਿਆਵਾਂ ਨੇ, 2 ਅਭਾਜ ਹੈ, 3 ਅਭਾਜ ਹੈ ਤੇ ਇਹ 2 3 ਐਂਡ 5 ਇਹਦੇ ਵਿੱਚ ਆ ਜਾਣਗੇ। ਦੂਸਰੀ ਕਹਿੰਦਾ b ਇੱਕ ਇਵੈਂਟ ਹੈ, b ਦਾ ਇਵੈਂਟ ਗੈਟਿੰਗ ਐਨ ਆਡ ਨੰਬਰ। b ਇੱਕ ਇਵੈਂਟ ਹੈ, ਉਹ ਕੀ ਹੈ, b ਇਵੈਂਟ ਗੈਟਿੰਗ ਐਨ ਆਡ ਨੰਬਰ। ਆਡ ਨੰਬਰ ਤੁਹਾਨੂੰ ਪਤਾ b ਦੇ ਵਿੱਚ ਹੁਣ ਲਿਖ ਲਓ ਕਿਹੜੇ ਆਡ ਨੰਬਰ ਆਉਣਗੇ। ਫਿਰ ਲਿਖਣੇ ਇਹਦੇ 'ਚੋਂ ਹੀ ਆ, ਸਾਰੇ ਆਡ ਨਹੀਂ ਲਿਖਣੇ ਹੈਗੇ, ਕਿਤੇ ਸਾਰੇ ਲੱਗ ਜਾਂਦੀ 1 3 5 ਗਾਂ 7 ਵੀ ਲਿਖੇ ਜਾਣ, ਇਹਦੇ ਵਿੱਚੋਂ ਹੀ ਲਿਖਣੇ ਆ ਕਿਉਂਕਿ ਇਹਦੇ ਸਬਸੈਟ ਹੋਣਗੀਆਂ ਸਾਰੀਆਂ ਇਵੈਂਟਸ ਆ ਜਿਹੜੀਆਂ, ਠੀਕ ਹੈ ਕਿ ਜਿੰਨੀਆਂ ਵੀ ਇਵੈਂਟਸ ਨੇ ਉਹ ਸਾਰੀਆਂ ਕੀ ਹੁੰਦੀਆਂ ਨੇ, ਸਾਰੀਆਂ ਹੀ ਸੈਂਪਲ ਸਪੇਸ ਦੀਆਂ ਸਬਸੈਟ ਹੁੰਦੀਆਂ। ਹੁਣ ਸਾਨੂੰ ਕੀ ਕਿਹਾ ਫਾਈਂਡ ਕਰਨ, ਪਹਿਲਾਂ ਕਿਹਾ a ਔਰ b ਫਾਈਂਡ ਕਰੋ, a ਔਰ b ਬਾਰੇ ਹੁਣੇ ਮੈਂ ਤੁਹਾਨੂੰ ਦੱਸਿਆ, a ਯੂਨੀਅਨ b ਫਾਈਂਡ ਕਰਨਾ। a ਯੂਨੀਅਨ b 'ਚ ਕੀ ਕੁਛ ਆ ਜਾਏਗਾ, ਦੇਖੋ ਇਹਨਾਂ ਦੋਹਾਂ ਦਾ ਯੂਨੀਅਨ ਕਰਨਾ ਸੀ, ਸਿੱਖਿਆ ਹੀ ਹੋਇਆ। 1 ਆ ਜਾਏਗਾ, 2 ਆ ਜਾਏਗਾ, 3 ਆ ਜਾਏਗਾ ਤੇ 5 ਆ ਜਾਏਗਾ। ਫਿਰ ਉਹ ਕਹਿੰਦਾ a ਐਂਡ b ਫਾਈਂਡ ਕਰੋ, ਦੂਸਰੇ 'ਚ a ਐਂਡ b, ਠੀਕ ਹੈ ਜੀ। a ਐਂਡ b ਦੇਖੋ ਦੂਸਰਾ ਪਾਰਟ ਹੈ a ਐਂਡ b, ਉਹ ਕਾਹਦੇ ਇਕੁਅਲ ਹੁੰਦਾ ਹੈ, a ਇੰਟਰਸੈਕਸ਼ਨ b ਦੇ। ਤੇ a ਤੇ b ਅਸੀਂ ਹੁਣੇ ਲਿਖਿਆ, ਇਹਨਾਂ ਦਾ ਇੰਟਰਸੈਕਸ਼ਨ ਕਰ ਲਓ, 3 5 ਦੋਹਾਂ ਦੇ ਵਿੱਚ ਕਾਮਨ ਹੈ, 3 5 ਇੱਥੇ ਆ ਜਾਏਗਾ। ਫਿਰ ਉਹ ਥਰਡ ਪਾਰਟ ਕਹਿੰਦਾ a ਬਟ ਨਾਟ b, a ਬਟ ਨਾਟ b ਯਾਨੀ a ਮਾਈਨਸ b, a ਮਾਈਨਸ b ਕਰੋ। ਹੁਣ a ਦੇ ਵਿੱਚੋਂ b ਦੇ ਐਲੀਮੈਂਟ ਮਾਈਨਸ ਕਰ ਦਿਓ, 3 ਤੇ 5 ਦੋਹਾਂ ਦੇ ਕਾਮਨ ਐਲੀਮੈਂਟ ਆ, ਉਹਨਾਂ ਨੂੰ ਮਾਈਨਸ ਕਰ ਦੇਂਗੇ ਤਾਂ ਇਕੱਲਾ ਹੀ 2 ਆ ਜਾਏਗਾ, ਠੀਕ ਹੈ ਨਾ। ਇਸੇ ਤਰ੍ਹਾਂ ਲਾਸਟ ਦਾ ਪਾਰਟ ਹੈ ਫੋਰਥ, ਉਹ ਕਹਿੰਦਾ ਨਾਟ a ਯਾਨੀ ਕੰਪਲੀਮੈਂਟ ਆਫ a ਫਾਈਂਡ ਕਰਨਾ। ਕੰਪਲੀਮੈਂਟ ਆਫ a ਤੁਹਾਨੂੰ ਦੱਸਿਆ ਸੀਗਾ u ਚੋਂ ਮਾਈਨਸ ਕਰਨੇ a ਦੇ ਐਲੀਮੈਂਟ, 2 3 5 ਛੱਡ ਦਿਓ, 2 3 ਤੇ 5 ਛੱਡ ਦਿਓ, ਕੀ ਬਚਿਆ 1 4 ਐਂਡ 6 ਬਚੇਗਾ, 1 4 ਐਂਡ 6। ਸੋ ਇਹ ਸੈਟਸ ਦਾ ਸਿੱਧਾ ਯੂਜ਼ ਹੈ ਜਿਹੜਾ ਅਸੀਂ ਸੈਟਸ
ਫਸਟ ਲੈਸਨ ਕੀਤਾ ਸੀਗਾ ਤੇ ਬੜਾ ਈਜ਼ੀ ਲੈਸਨ ਸੀ, ਉਸੇ ਦਾ ਸਿੰਪਲ ਯੂਜ਼ ਇੱਥੇ ਅਸੀਂ ਇਵੈਂਟਸ ਦੇ ਵਿੱਚ ਕਰਨਾ ਹੈਗਾ। ਅੱਗੇ ਆ ਗਈਆਂ ਮਿਊਚੁਅਲੀ ਐਕਸਕਲੂਸਿਵ ਇਵੈਂਟਸ। ਦੋ ਇਵੈਂਟਸ ਮਿਊਚੁਅਲੀ ਐਕਸਕਲੂਸਿਵ ਹੋਣਗੀਆਂ ਜੇ ਉਹਨਾਂ ਦੇ ਵਿੱਚ ਕੋਈ ਵੀ ਕਾਮਨ ਐਲੀਮੈਂਟ ਨਾ ਹੋਵੇ। ਆ ਦੋ ਇਵੈਂਟਸ ਲਿਖੇ ਤੁਹਾਡੇ ਸਾਹਮਣੇ, A = 1 3 5, B = 2 4 6। ਇਹਨਾਂ ਦਾ ਜਦੋਂ ਅਸੀਂ ਇੰਟਰਸੈਕਸ਼ਨ, ਇਹਨਾਂ 'ਚ ਕਾਮਨ ਐਲੀਮੈਂਟ ਕੀ ਹੈ? ਕੋਈ ਵੀ ਨਹੀਂ। ਤਾਂ ਇਹਨਾਂ ਦਾ ਜਦੋਂ ਅਸੀਂ ਇੰਟਰਸੈਕਸ਼ਨ ਫਾਈਂਡ ਕਰਾਂਗੇ ਤਾਂ ਉਹ ਕੀ ਹੋਏਗਾ? = 5 ਹੋਏਗਾ। ਯਾਨੀ A ਤੇ B ਡਿਸਜੁਆਇੰਟ ਸੈਟਸ ਬਣਨਗੇ। ਡਿਸਜੁਆਇੰਟ ਸੈਟਸ ਕਹਿੰਦੇ ਜਿਨ੍ਹਾਂ ਦੇ ਵਿੱਚ ਕੋਈ ਕਾਮਨ ਐਲੀਮੈਂਟ ਨਾ ਹੋਵੇ। ਤੇ ਜੇ A ਤੇ B ਡਿਸਜੁਆਇੰਟ ਸੈਟਸ ਹੈ ਜਾਂ A ਤੇ B ਦਾ ਇੰਟਰਸੈਕਸ਼ਨ 5 ਹੈ ਤਾਂ A ਤੇ B ਇਵੈਂਟਸ ਨੇ ਜਿਹੜੀਆਂ ਇਹ ਮਿਊਚੁਅਲੀ ਐਕਸਕਲੂਸਿਵ ਇਵੈਂਟਸ ਕਹਾਉਂਦੀਆਂ ਨੇ। ਠੀਕ ਹੈ ਜੀ, ਇਹ ਕੀ ਕਹਾਉਂਦੀਆਂ ਨੇ? ਮਿਊਚੁਅਲੀ ਐਕਸਕਲੂਸਿਵ ਇਵੈਂਟਸ ਕਹਾਉਂਦੀਆਂ ਹਨ। ਠੀਕ ਹੈ ਨਾ। In general, two events A and B are called mutually exclusive events if the occurrence of any one of them exclude the occurrence of the other event. ਇੱਕ ਦੇ ਹੋਣ ਨਾਲ ਦੂਸਰਾ ਨਹੀਂ ਹੋਏਗਾ। ਜੇ ਇੱਕ ਹੁੰਦੀ ਹੈ ਤਾਂ ਦੂਸਰੀ ਨਹੀਂ ਹੋਏਗੀ। ਜਿਵੇਂ ਹੁਣ ਇਹ 'ਚ ਆਹ ਕੀ ਨੇ? ਆ ਸਾਡਾ ਸੈਂਪਲ ਸਪੇਸ ਹੈ, ਉਹੀ ਡਾਈ ਵਾਲਾ ਸਵਾਲ ਹੈ ਨਾ। ਡਾਈ ਦਾ ਸੈਂਪਲ ਸਪੇਸ ਹੈ। A ਕੀ ਹੈ? ऑड नंबर है। B की है? इवन नंबर है। हुण जे ऑड आउणगे तो इवन नहीं आउणगे, तो जे इवन की आपां गल करिए भी दसो जी ऑड नंबर आउण दी प्रोबेबिलिटी, तो ऑल नंबर आउणगे तो फिर इवन नहीं आउणगे। इवेंट जे ऑड नंबर वाली है तो इवन की आउण दी मतलब ही नहीं कोई। जे इवेंट इवन की है तो ऑड आउण दी कोई प्रोबेबिलिटी नहीं है। जबकि इहदे विच आ सीगा जिवें आ वाली इवेंट दा असीं सीगा A ते B जे असीं करिए, ये म्यूचुअली एक्सक्लूसिव नहीं हैगियां क्योंकि इह च की है 3 ते 5 है जिहड़े कॉमन एलीमेंट सीगे। ठीक है, A ਤੇ B ਦਾ ਇੰਟਰਸੈਕਸ਼ਨ ਕੁਝ ਨਿਕਲ ਰਿਹਾ ਸੀਗਾ। ਤੇ ਇਹ 'ਚ ਜੇ ਆਪਾਂ ਕਹੀਏ ਵੀ ਪ੍ਰਾਈਮ ਨੰਬਰ ਆਵੇ ਤਾਂ ਉਹ 'ਚ ਔਡ ਨੰਬਰ ਵੀ ਤਾਂ ਆ ਰਿਹਾ ਪ੍ਰਾਈਮ ਦੇ ਨਾਲ। ਪ੍ਰਾਈਮ ਨੰਬਰ ਤਾਂ ਠੀਕ ਹੈ 3 and 5 ਪ੍ਰਾਈਮ ਹੈ, ਪਰ ਇਹ 3 ਤੇ 5 ਔਡ ਵੀ ਹੈ ਨਾ। ਤਾਂ ਇੱਕ ਇਵੈਂਟ ਦੇ ਹੋਣ ਨਾਲ ਦੂਜੀ ਵੀ ਹੋ ਰਹੀ ਹੈ ਨਾਲ ਦੀ ਨਾਲ ਹੀ। ਜੇ ਕਿਤੇ 3 ਆ ਗਿਆ ਤਾਂ ਉਹ ਪ੍ਰਾਈਮ ਨੰਬਰ ਵਾਲੀ ਇਵੈਂਟ ਵੀ ਹੋ ਗਈ, ਤੇ ਜੇ 3 ਆ ਗਿਆ ਤਾਂ ਔਡ ਨੰਬਰ ਵਾਲੀ ਇਵੈਂਟ ਵੀ ਹੋ ਗਈ, ਦੋਨੇ ਹੀ ਹੋ ਗਈਆਂ ਫਿਰ ਤਾਂ। ਉਹ ਇਹ ਕਹਿੰਦਾ ਵੀ ਜੇ ਇੱਥੇ ਇੱਕ ਹੋਵੇ ਤਾਂ ਦੂਸਰੀ ਨਹੀਂ ਹੋਣੀ ਚਾਹੀਦੀ, ਉਹਨੂੰ ਅਸੀਂ ਮਿਊਚੁਅਲ ਐਕਸਕਲੂਸਿਵ ਕਹਿੰਦੇ। ਜੇ ਹੁਣ ਈਵਨ ਨੰਬਰ ਔਡ ਨੰਬਰ ਦੀ ਗੱਲ ਕਰਾਂਗੇ ਇਹ 'ਚ ਕੋਈ ਵੀ ਈਵਨ ਨੰਬਰ ਨਹੀਂ ਕਦੇ ਆਏਗਾ, ਔਡ ਹੀ ਹੋਣਗੇ ਇਕੱਲੇ। ਠੀਕ ਹੈ ਕਿ? ਤਾਂ ਇਹੋ ਜਿਹੀਆਂ ਇਵੈਂਟਸ ਨੂੰ ਅਸੀਂ ਮਿਊਚੁਅਲ ਐਕਸਕਲੂਸਿਵ ਕਹਿੰਦੇ ਹਾਂ। ਤਾਂ ਸਿੰਪਲ ਜੀ ਕਹਾਣੀ ਇਹਦੇ 'ਚ ਇਹ ਹੈ ਵੀ ਜਦੋਂ ਤੁਹਾਨੂੰ ਕਿਹਾ ਜਾਵੇ ਪ੍ਰੂਵ ਦੈਟ these two events are mutually exclusive events, ਤਾਂ ਅਸੀਂ ਉਹਨਾਂ ਦੋਹਾਂ ਇਵੈਂਟਸ ਦੇ ਸੈੱਟ ਬਣਾਵਾਂਗੇ। ਸੈੱਟ ਬਣਾ ਕੇ ਉਹਨਾਂ ਦਾ ਇੰਟਰਸੈਕਸ਼ਨ ਫਾਈਂਡ ਕਰਕੇ ਦਿਖਾਵਾਂਗੇ ਵਿਚ ਉਹ ਜਿਹੜਾ ਹੈਗਾ ਇੰਟਰਸੈਕਸ਼ਨ ਹੈ ਜੇ = 5 ਆ ਗਿਆ ਤਾਂ ਅਸੀਂ ਕਹਿ ਦਾਂਗੇ ਮਿਊਚੁਅਲੀ ਐਕਸਕਲੂਸਿਵ ਇਵੈਂਟਸ ਹੈਗੀਆਂ, ਤੇ = 5 ਨਾ ਆਇਆ ਤਾਂ ਉਹ ਮਿਊਚੁਅਲੀ ਐਕਸਕਲੂਸਿਵ ਇਵੈਂਟਸ ਨਹੀਂ ਹੈ। ਠੀਕ ਹੈ ਨਾ। ਅੱਗੇ ਚੱਲਦੇ ਐਗਜ਼ੌਸਟਿਵ ਇਵੈਂਟਸ। ਆ ਸਾਡੀ ਉਹੀ ਹੈ। ਠੀਕ ਹੈ ਕਿ ਨਹੀਂ? ਸੈਂਪਲ ਸਪੇਸ ਹੈ, ਅਸੀਂ ਕੁਛ ਆ ਇਵੈਂਟਸ ਲਈਆਂ। A ਹੈਗੀ ਆ 1 2 3, B ਹੈਗੀ ਆ 3 4, C ਹੈਗੀ 5 6। ਤਾਂ ਇਹਨਾਂ ਦਾ ਜਦੋਂ ਅਸੀਂ ਯੂਨੀਅਨ ਫਾਈਂਡ ਕਰਾਂਗੇ ਤਾਂ ਕੀ ਆ ਜਾਏਗਾ? 1 2 3 4 5 6 ਸਾਰੇ ਆ ਜਾਣਗੇ ਕਿ = S ਹੋ ਜਾਏਗਾ। ਤਾਂ ਇਹੋ ਜਿਹੀਆਂ ਇਵੈਂਟਸ ਜਿਨ੍ਹਾਂ ਦਾ ਯੂਨੀਅਨ ਕਰੇ ਤੋਂ ਸੈਂਪਲ ਸਪੇਸ ਦੇ ਇਕੁਅਲ ਆ ਜਾਏ ਤਾਂ ਉਹਨਾਂ ਨੂੰ ਅਸੀਂ ਐਗਜ਼ੌਸਟਿਵ ਇਵੈਂਟਸ ਕਹਿੰਦੇ। ਸੱਚ ਇਵੈਂਟਸ ABC ਆਰ ਕਾਲਡ ਐਗਜ਼ੌਸਟਿਵ ਇਵੈਂਟਸ। ਇਨ ਜਨਰਲ ਅਸੀਂ ਗੱਲ ਕਰੀਏ ABC ਤਾਂ 3 ਲੈ ਲਈਆਂ, ਹੋ ਸਕਦਾ 3 ਤੋਂ ਜ਼ਿਆਦਾ ਹੋਣ। ਠੀਕ ਹੈ ਕਿ ਨਹੀਂ? N ਇਵੈਂਟਸ ਹੋਣ ਤਾਂ N ਇਵੈਂਟਸ ਦਾ ਇਸੇ ਤਰ੍ਹਾਂ ਯੂਨੀਅਨ ਫਾਈਂਡ ਕਰੇ ਤਾਂ ਜੇ S ਦੇ ਇਕੁਅਲ ਬਣਦਾ ਤਾਂ ਆਹ ਵਾਲੀਆਂ ਸਾਰੀਆਂ ਇਵੈਂਟਸ ਕੀ ਹੁੰਦੀਆਂ ਨੇ? ਐਗਜ਼ੌਸਟਿਵ ਇਵੈਂਟਸ ਕਹਾਉਂਦੀਆਂ ਹਾਂ। ਠੀਕ ਹੈ ਕਿ ਨਹੀਂ? ਹੁਣ ਦੋ ਚੀਜ਼ਾਂ ਸਮਝੀਆਂ, ਇੱਕ ਤਾਂ ਮਿਊਚੁਅਲੀ ਐਕਸਕਲੂਸਿਵ ਸਮਝੀਆਂ, ਇੱਕ ਐਗਜ਼ੌਸਟਿਵ ਸਮਝੀਆਂ। ਹੁਣ ਤੁਹਾਨੂੰ ਕੋਈ ਪੁੱਛ ਸਕਦਾ ਵੀ ਪ੍ਰੂਵ ਕਰੋ ਵੀ ਮਿਊਚੁਅਲ ਐਕਸਕਲੂਸਿਵ ਵੀ ਹੈ ਅਤੇ ਐਗਜ਼ੌਸਟਿਵ ਵੀ ਹੈ, ਤਾਂ ਦੋਵੇਂ ਚੀਜ਼ਾਂ ਹੀ ਹੋਣ ਤਾਂ ਫਿਰ ਉਹ ਵੀ ਹੋ ਸਕਦੀਆਂ। ਹੁਣ ਜਿਵੇਂ ਆਹੀ ਵਾਲੀਆਂ ਇਵੈਂਟਸ ਲੈ ਲਓ A ਤੇ B, ਮਿਊਚੁਅਲੀ ਐਕਸਕਲੂਸਿਵ ਸੀ, ਅਸੀਂ ਦੇਖੀਆਂ ਸੀਗੀਆਂ ਦੋਹਾਂ ਦਾ ਇੰਟਰਸੈਕਸ਼ਨ 5 ਆਉਂਦਾ ਸੀ। ਪਰ ਜੇ ਅਸੀਂ A ਤੇ B ਦਾ ਯੂਨੀਅਨ ਕਰੀਏ ਤਾਂ ਕੀ ਆਉਂਦਾ? ਦੇਖੋ A ਤੇ B ਦਾ ਜੇ ਅਸੀਂ ਯੂਨੀਅਨ ਕਰੇ ਤਾਂ ਕੀ ਬਣ ਜੂਗਾ? 1 2 3 4 5 and 6 ਸਾਰਾ ਕੁਝ ਆ ਗਿਆ =+ ਆ ਗਿਆ। ਤਾਂ ਇਹਦੇ ਨਾਲ ਕੀ ਹੋਇਆ? A ਇੰਟਰਸੈਕਸ਼ਨ B ਤਾਂ 5 ਆਇਆ ਤੇ A ਯੂਨੀਅਨ B ਕਰੇ ਤਾਂ S ਆਇਆ। ਇਹਦਾ ਮਤਲਬ ਕੀ ਹੈ? ਇਹ ਦੋਨੇ ਇਵੈਂਟਸ ਮਿਊਚੁਅਲੀ ਐਕਸਕਲੂਸਿਵ ਵੀ ਹੈ ਤੇ ਐਗਜ਼ੌਸਟਿਵ ਵੀ ਹੈ। ਠੀਕ ਹੈ ਕਿ? ਤਾਂ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਮਿਊਚੁਅਲੀ ਐਕਸਕਲੂਸਿਵ ਐਂਡ ਐਗਜ਼ੌਸਟਿਵ ਇਵੈਂਟਸ। ਠੀਕ ਹੈ। ਸੋ ਇਸ ਚੀਜ਼ ਦਾ ਅਸੀਂ ਅੱਗੇ ਕਰਾਂਗੇ ਕੁਐਸਚਨ ਦੇ ਵਿੱਚ, ਤੇ ਆਪਾਂ ਉਹ ਕੁਐਸਚਨ
एग्जाम्पल 7 करिए पहला। 2 dice are thrown and the sum of the numbers which come up on the dice is noted। 2 dice throw ਕੀਤੀਆਂ ਗਈਆਂ ਤੇ ਨੋਟ ਕੀਤਾ ਗਿਆ ਉਹਦੇ ਉੱਤੇ ਜਿਹੜੇ ਦੋਹਾਂ ਦੇ ਉੱਤੇ ਕੋਈ ਨੰਬਰ ਆਏਗਾ ਤਾਂ ਦੋਵਾਂ ਨੰਬਰਸ ਦਾ ਜੋੜ ਅਸੀਂ ਨੋਟ ਕੀਤਾ ਇਹ ਕਿੰਨਾ ਆਇਆ, ਸਮ ਦੋਹਾਂ ਦਾ ਜਿਹੜਾ ਹੈਗਾ ਉਹ ਨੋਟ ਕੀਤਾ। ਲੈਟ ਅਸ ਕੰਸੀਡਰ ਦਾ ਫੋਲੋਇੰਗ ਇਵੈਂਟਸ ਐਸੋਸੀਏਟਡ ਵਿਦ ਦਿਸ ਐਕਸਪੈਰੀਮੈਂਟ। ਇਹਨਾਂ ਨਾਲ ਇਸ ਐਕਸਪੈਰੀਮੈਂਟ ਨਾਲ ਐਸੋਸੀਏਟਡ ਜੁੜੀਆਂ ਹੋਈਆਂ ਕੁਝ ਇਵੈਂਟਸ ਅਸੀਂ ਇਹਨਾਂ ਗੱਲ ਕੀਤੀ ਹੈ। ਇਹ ਇਵੈਂਟ ਹੈ ਦਾ ਸਮ ਇਜ਼ ਇਵਨ, ਇਹ ਇਵੈਂਟ ਇਹ ਹੈ ਸਮ ਇਵਨ ਹੈ। ਦੂਜਾ ਕਹਿੰਦਾ ਸਮ ਇਜ਼ ਮਲਟੀਪਲ ਆਫ 3। ਬੀ ਇਵੈਂਟ ਸੀ ਇਵੈਂਟ ਹੈਗੀ ਆ ਸਮ ਇਜ਼ ਲੈਸ ਦੈਨ 4 ਤੇ ਡੀ ਇਵੈਂਟ ਹੈ ਸਮ ਇਜ਼ ਗ੍ਰੇਟਰ ਦੈਨ 11। ਤਾਂ ਉਹੀ ਕੰਮ ਜਿਹੜਾ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਵੀ ਜਦੋਂ ਵੀ ਅਸੀਂ ਕੋਈ ਐਕਸਪੈਰੀਮੈਂਟ ਤੇ ਕੋਈ ਕੁਐਸਚਨ ਕਰਨਾ ਤਾਂ ਸਭ ਤੋਂ ਪਹਿਲਾਂ ਉਹਦਾ ਸੈਂਪਲ ਸਪੇਸ ਬਣਾਵਾਂਗੇ। ਤਾਂ ਸੈਂਪਲ ਸਪੇਸ ਤੁਸੀਂ ਕੱਲ ਵੀ ਇਹਦਾ ਬਣਾਇਆ ਸੀਗਾ, 2 ਡਾਈਸ ਥਰੋ ਕਰਨ ਦਾ 1 1 ਆ ਜਾਏਗਾ, 1 2 ਆ ਜਾਏਗਾ, ਇਸ ਤਰ੍ਹਾਂ ਚੱਲਦੇ ਚੱਲਦੇ 1 6 ਆ ਜਾਏਗਾ, ਫਿਰ 2 1 ਤੋਂ ਚੱਲ ਪਏਗਾ 2 1 2 2 ਇਸ ਤਰ੍ਹਾਂ ਚੱਲਦੇ ਚੱਲਦੇ 2 6 ਤੱਕ, ਫਿਰ 3 1 ਤੋਂ ਲੈ ਕੇ 3 6 ਤੱਕ, ਫਿਰ 4 1 ਤੋਂ ਲੈ ਕੇ 4 6 ਤੱਕ, ਫਿਰ 5 1 ਤੋਂ ਲੈ ਕੇ 5 6 ਤੱਕ ਤੇ ਲਾਸਟ ਦੇ ਵਿੱਚ 6 1 ਤੋਂ ਲੈ ਕੇ 6 6 ਤੱਕ। ਇਹ ਸਾਡੇ ਕੋਲੇ 36 ਐਲੀਮੈਂਟਸ ਸੀਗੇ, 36 ਐਲੀਮੈਂਟਸ ਅਸੀਂ ਕੱਲ ਕਾਊਂਟ ਕੀਤੇ ਸੀਗੇ। ਇਹ 36 ਐਲੀਮੈਂਟਸ ਹੈ ਐਸ ਦੇ ਸੈਂਪਲ ਸਪੇਸ ਦੇ ਵਿੱਚ। ਹੁਣ ਉਹ ਚੋਂ ਇਹ ਇਵੈਂਟ ਬਣਾਓ, ਸਮ ਇਜ਼ ਇਵਨ, ਦੋਹਾਂ ਦਾ ਉਹ ਵਾਲੇ ਇਹਦੇ ਚੋਂ ਆਊਟਕਮ ਕੱਢੋ, ਉਹ ਵਾਲੇ ਸੈਂਪਲ ਪੁਆਇੰਟ ਕੱਢੋ ਜਿਨ੍ਹਾਂ ਦਾ ਸਮ ਇਵਨ ਹੈ। ਦੇਖੋ 1 ਤੇ 1 ਦਾ ਸਮ ਇਵਨ ਆਏਗਾ, 1 ਤੇ 1 ਦਾ ਸਮ 2 ਹੋ ਗਿਆ ਕਿ ਨਾ। ਇਸੇ ਤਰ੍ਹਾਂ 1 ਤੇ 3 ਦਾ, ਫਿਰ ਆਏਗਾ 1 ਤੇ 5 ਦਾ ਸਮ ਇਵਨ ਆਏਗਾ, ਫਿਰ ਆਏਗਾ 2 ਤੇ 2 ਦਾ ਸਮ ਇਵਨ ਆਏਗਾ, 2 ਤੇ 4 ਦਾ ਸਮ ਇਵਨ ਆਏਗਾ, 2 ਤੇ 6 ਦਾ ਸਮ ਇਵਨ ਆਏਗਾ, 3 1 ਦਾ ਸਮ ਇਵਨ ਆਏਗਾ, 3 3 ਦਾ ਸਮ ਇਵਨ ਆਏਗਾ, ਫਿਰ 3 ਤੇ 5 ਦਾ ਸਮ ਇਵਨ ਆਏਗਾ, ਫਿਰ 4 2 ਦਾ ਸਮ ਇਵਨ ਆਏਗਾ, 4 4 ਦਾ ਸਮ ਇਵਨ ਆਏਗਾ, 4 6 ਦਾ ਸਮ ਇਵਨ ਆਏਗਾ, ਫਿਰ 5 1 5 3 5 5। ਇਸ ਤੋਂ ਬਾਅਦ 6 2 6 4 ਤੇ 6 6 ਆ ਸਾਰੇ ਇਹਦੇ ਵਿੱਚ ਆਊਟਕਮਸ ਸਾਰੇ ਆਉਣਗੇ, ਠੀਕ ਹੈ ਕਿ। ਨੈਕਸਟ ਹੈਗਾ ਬੀ, ਸਮ ਇਜ਼ ਮਲਟੀਪਲ ਆਫ 3। ਮਲਟੀਪਲ ਆਫ 3 ਕੀ ਹੁੰਦੇ? 3 ਦੇ ਮਲਟੀਪਲ ਬੋਲੋ ਕਿਹੜੇ ਕਿਹੜੇ ਹੁੰਦੇ? ਇੱਕ ਤਾਂ 3 ਹੁੰਦਾ, ਇੱਕ 6 ਹੁੰਦਾ, ਠੀਕ ਹੈ ਕਿ। 3 ਆ ਜਾਏ ਸਮ, 6 ਆ ਜਾਏ ਜਾਂ 9 ਆ ਜਾਏ ਜਾਂ 12 ਆ ਜਾਏ। 12 ਤੋਂ ਵੱਧ ਤਾਂ ਸਮ ਹੋ ਹੀ ਨਹੀਂ ਸਕਦਾ, ਵੱਧ ਤੋਂ ਵੱਧ ਕਿੰਨਾ ਹੋਏਗਾ ਸਮ? 6 ਤੇ 6 ਦਾ ਜੋੜ 12, ਇਦੋਂ ਜ਼ਿਆਦਾ ਤਾਂ ਹੋ ਹੀ ਨਹੀਂ ਸਕਦਾ, ਠੀਕ ਹੈ ਕਿ। ਤਾਂ ਆਹ ਵਾਲੇ ਸਮ ਅਸੀਂ ਦੇਖਣੇ ਕਿੱਥੇ ਕਿੱਥੇ ਆਉਂਦੇ ਨੇ। ਤਾਂ ਪਹਿਲਾਂ ਤਾਂ 3 ਵਾਲੇ ਦੇਖੋ ਕਿਹੜੇ ਕਿਹੜੇ ਹੈ। 1 ਤੇ 2 ਦਾ ਸਮ 3 ਹੋਏਗਾ, 2 ਤੇ 1 ਦਾ ਸਮ 3 ਹੋਏਗਾ, ਹੋਰ ਤਾਂ ਕੋਈ 3 ਸਮ ਵਾਲਾ ਹੋਏਗਾ ਹੀ ਨਹੀਂ। ਫਿਰ 6 ਸਮ ਵਾਲੇ ਦੇਖੋ ਕਿੰਨਾਂ ਦਾ ਸਮ 6 ਆਏਗਾ, 6 ਆਏਗਾ। ਪਹਿਲਾਂ 1 ਵਾਲੀ ਲਾਈਨ 'ਚ ਦੇਖ ਲਓ 1 ਤੇ 5 ਦਾ ਸਮ 6 ਹੁੰਦਾ। 2 ਵਾਲੀ ਲਾਈਨ 'ਚ ਦੇਖੋ 2 ਤੇ 4 ਦਾ ਸਮ 6 ਹੁੰਦਾ। ਫਿਰ 3 ਵਾਲੀ ਲਾਈਨ ਦੇ ਵਿੱਚ 3 ਤੇ 3 ਦਾ ਸਮ 6 ਹੁੰਦਾ। ਫਿਰ 2 4 ਦਾ ਆ ਗਿਆ ਸਮ 6 ਹੁੰਦਾ। ਅੱਛਾ 6 ਵਾਲੀ ਦੇਖਦੇ ਪਹਿਲਾਂ ਆਪਾਂ। 3 ਵਾਲੀ 'ਚ 3 3 ਦਾ ਹੋ ਗਿਆ, 4 ਵਾਲੀ 'ਚ 4 2 ਹੋ ਗਿਆ, 5 ਵਾਲੀ 'ਚ 5 1 ਹੋ ਜਾਊਗਾ, ਬਾਕੀ ਹੋਰ ਕੋਈ ਨਹੀਂ ਆਏਗਾ। 6 ਵਾਲੀ 'ਚ ਕੋਈ ਆਊਗਾ ਨਹੀਂ ਕਿਉਂਕਿ 6 1 ਸਭ ਤੋਂ ਛੋਟਾ, 6 ਤੇ 1 ਦਾ ਜਿਹੜਾ ਜੋੜ ਆ 7 ਬਣਨਾ। 6 ਵਾਲਾ ਕੋਈ ਨਹੀਂ ਹੋਣਾ। 9 ਵਾਲੇ ਦੇਖੋ 1 ਵਾਲੀ ਲਾਈਨ 'ਚ 9 ਕੋਈ ਨਹੀਂ ਆਏਗਾ ਕਿਉਂਕਿ 1 ਤੇ 1 6 ਸਭ ਤੋਂ ਵੱਡਾ ਉਹਦਾ ਸਮ 9 7 ਬਣਿਆ, ਉਹਦਾ ਜੋੜ ਹੀ ਨਹੀਂ ਬਣਦਾ ਹੈ ਨਾ। ਤਾਂ 2 ਵਾਲੀ ਲਾਈਨ 'ਚ ਦੇਖੋ 9 ਕਿਸੇ ਦਾ ਸਮ ਬਣਦਾ, 2 ਵਾਲੀ 'ਚ ਵੀ ਨਹੀਂ ਬਣਦਾ ਕਿਉਂਕਿ 2 6 ਦਾ ਸਮ 8 ਹੁੰਦਾ, ਉਦੋਂ ਵੱਡਾ ਕੋਈ ਆਉਣਾ ਨਹੀਂਗਾ। 3 ਵਾਲੀ ਲਾਈਨ 'ਚ ਦੇਖੋ ਤਾਂ ਇਹ ਆ ਜਾਏਗਾ ਮੇਰੇ ਹਿਸਾਬ ਨਾਲ 3 ਤੇ 6 ਦਾ ਸਮ 9 ਹੁੰਦਾ ਹੈ ਨਾ। ਫਿਰ 5 ਵਾਲੀ ਲਾਈਨ 'ਚ 5 4 ਵਾਲੀ ਲਾਈਨ ਲਿਖਣੀ ਸੀ ਪਹਿਲਾਂ ਆਪਾਂ ਸੋਚੇ, ਚਲੋ 4 ਵਾਲੀ ਹੁਣ ਲਿਖਦੇ ਹਾਂ। 4 5 ਤੇ 5 4। ਇਸ ਤੋਂ ਬਾਅਦ 6 ਤੇ 3 ਇਹਨਾਂ ਦਾ ਸਮ 6 ਸੌਰੀ 9 ਹੋਏਗਾ ਹੈ ਨਾ। ਫਿਰ ਇਸ ਤੋਂ ਬਾਅਦ 12 ਵਾਲਾ ਇਕੱਲਾ ਹੀ ਹੈ 6 6।
ਹਾਂ ਥੋੜਾ ਜਿਹਾ ਵੱਡਾ ਹੈ, ਬਾਕੀ ਕੋਈ ਔਖਾ ਨਹੀਂ ਹੈਗਾ। ਤੁਹਾਨੂੰ ਪਤਾ 3 ਕਿੰਨਾ ਕਿੰਨਾ ਦਾ ਜੋੜ ਹੁੰਦਾ, ਜਦੋਂ ਸਾਰੇ ਲਿਖੇ ਹੋਏ ਹੋਣਗੇ। ਇੱਥੇ ਮੈਂ ਡੈਸ਼ ਡੈਸ਼ ਪਾ ਕੇ ਲਿਖਤੇ, ਤੁਸੀਂ ਸਾਰੇ ਨੋਟ ਡਾਊਨ ਕਰ ਲਓ, ਉਹਨਾਂ 'ਚੋਂ ਜੋੜ ਕਰ ਕਰਕੇ ਦੇਖੀ ਚਲੋ ਕਿਹਦਾ ਸਮਝ ਜਾਂਦਾ। ਜੇ ਸਾਨੂੰ ਇੰਨਾ ਹੀ ਥੋੜਾ ਜਿਹਾ ਮੁਸ਼ਕਲ ਆਉਂਦੀ ਹੈ, ਫਿਰ ਆ ਇੰਨੀ ਕੁ ਥੋੜੀ ਮਿਹਨਤ ਕਰਨੀ ਪਏਗੀ। ਆ 36 ਦੇ 36 ਲਿਖਣੇ ਪੈਣਗੇ, ਬਸ ਇੰਨਾ ਹੀ ਫਰਕ ਹੈ, ਹੋਰ ਕੀ ਕਰ ਲਾਂਗੇ ਅਸੀਂ। ਸੀ ਇਸ ਤੋਂ ਬਾਅਦ ਆਉਂਦਾ ਹੈ, ਸੀ ਹੈਗੀ ਹੈ ਜਿਨ੍ਹਾਂ ਦਾ ਸਮ ਜਿਹੜਾ ਹੈਗਾ ਉਹ ਜਿਨ੍ਹਾਂ ਦਾ ਸਮ ਲੈਸ ਦੈਨ 4 ਹੈ। ਲੈਸ ਦੈਨ 4 4 ਤੋਂ ਛੋਟਾ, ਤਾਂ ਇਹ 'ਚ 1 1 ਇੱਥੇ ਲਿਖਿਆ ਪਿਆ, ਇੱਥੇ 1 1 ਆ ਜਾਏਗਾ, 2 1 ਆ ਜਾਏਗਾ, 1 2 ਆ ਜਾਏਗਾ, ਹੋਰ ਇਹ ਤੋਂ ਬਿਨਾਂ ਕੋਈ ਨਹੀਂ। ਤੇ ਉਹ ਜਿਨ੍ਹਾਂ ਦਾ ਸਮ 11 ਤੋਂ ਵੱਡਾ, ਯਾਨੀ 6 6 ਸਿਰਫ 12 ਹੈ, ਹੋਰ ਤਾਂ ਕੋਈ ਨਹੀਂ। 11 ਤੋਂ ਵੱਡਾ ਕਿਹੜਾ ਹੁੰਦਾ, 12 ਹੀ ਸਮ ਆ ਸਕਦਾ। ਤਾਂ ਹੁਣ ਉਹ ਕਹਿੰਦਾ ਵੀ ਦੱਸੋ ਇਹਨਾਂ ਚੋਂ ਕਿਹੜੇ ਕਿਹੜੇ ਮਿਊਚੁਅਲੀ ਐਕਸਕਲੂਸਿਵ ਹੈ। ਮਿਊਚੁਅਲੀ ਐਕਸਕਲੂਸਿਵ ਦਾ ਕਿਵੇਂ ਪਤਾ ਚੱਲੇਗਾ, ਉਹਨਾਂ ਦਾ ਇੰਟਰਸੈਕਸ਼ਨ ਫਾਈਂਡ ਕਰਕੇ ਦੇਖਾਂਗੇ। ਜੇ ਤਾਂ ਇੰਟਰਸੈਕਸ਼ਨ ਆ ਗਿਆ 5 ਤਾਂ ਮਿਊਚੁਅਲੀ ਐਕਸਕਲੂਸਿਵ ਹੈਗਾ, ਜੇ ਨਹੀਂ ਆਇਆ ਤਾਂ ਨਹੀਂ ਹੈਗਾ। ਤਾਂ ਤੁਸੀਂ ਦੇਖ ਲਓ, ਕੋਈ ਏ ਤੇ ਬੀ 'ਚ ਦੇਖੋ, ਪਹਿਲਾਂ ਏ ਦਾ ਪਹਿਲਾਂ ਸਾਰਿਆਂ ਨੂੰ ਦੇਖੋ। ਏ ਤੇ ਬੀ 'ਚੋਂ ਕਾਮਨ ਬਹੁਤ ਸਾਰੇ ਹੈਗੇ ਆ, ਜਿਵੇਂ ਆਹੀ ਇੱਕ ਦਿਸੀ ਜਾਂਦਾ ਤੁਹਾਨੂੰ 6 6 ਕਾਮਨ ਹੈ। ਏ ਤੇ ਸੀ ਦੇ ਵਿੱਚੋਂ ਵੀ 1 1 ਕਾਮਨ ਹੈ। ਏ ਤੇ ਡੀ 'ਚੋਂ ਵੀ 1 1 6 6 ਕਾਮਨ ਹੈ। ਇਹ ਤਾਂ ਮਿਊਚੁਅਲੀ ਐਕਸਕਲੂਸਿਵ ਹੈ ਨਹੀਂ ਸਾਰੇ। ਏ ਨਾਲ ਤਾਂ ਕਿਸੇ ਨਾਲ ਨਹੀਂ ਬਣਦਾ। ਫਿਰ ਬੀ ਦਾ ਦੇਖੋ, ਬੀ ਦਾ ਤੇ ਸੀ ਦਾ ਚੈੱਕ ਕਰੋ ਪਹਿਲਾਂ। ਬੀ ਤੇ ਸੀ 'ਚੋਂ ਵੀ ਦੇਖੋ ਆ ਕਾਮਨ ਐਲੀਮੈਂਟ ਪਏ ਆ 2, ਠੀਕ ਹੈ। ਇਹ ਵੀ ਮਿਊਚੁਅਲੀ ਐਕਸਕਲੂਸਿਵ ਨਹੀਂ ਹੈਗਾ। ਤੇ ਬੀ ਤੇ ਡੀ 'ਚ ਵੀ ਕਾਮਨ ਐਲੀਮੈਂਟ ਇੱਕੋ ਹੀ ਹੈ, ਡੀ ਦਾ, ਉਹ ਵੀ ਹੈ ਨਹੀਂ ਹੈ। ਇਸ ਤੋਂ ਬਾਅਦ ਆ ਜਾਓ, ਫਿਰ ਹੁਣ ਬੀ ਵਾਲੇ ਹੋ ਗਏ ਸਾਰੇ, ਹੁਣ ਸੀ ਵਾਲਾ। ਸੀ ਤੇ ਡੀ ਚੈੱਕ ਕਰੋ, ਸੀ ਤੇ ਡੀ ਦੇ ਵਿੱਚ ਕੋਈ ਕਾਮਨ ਐਲੀਮੈਂਟ ਨਹੀਂ ਹੈ ਨਹੀਂ ਨਾ। ਅਸੀਂ ਇਹੀ ਲਿਖਾਂਗੇ ਵੀ ਸੀ ਇੰਟਰਸੈਕਸ਼ਨ ਡੀ ਇਜ਼ ਇਕੁਅਲ ਟੂ 5, ਠੀਕ ਹੈ। Therefore, C and D are mutually exclusive events। ਤਾਂ ਉੱਪਰ ਸਾਰਿਆਂ ਦਾ ਇੱਥੇ ਨੋਟ ਪਾ ਕੇ ਲਿਖ ਦੇਣਾ ਵੀ A ਦਾ ਸਾਰਿਆਂ ਦਾ ਅਸੀਂ ਪਾ ਲਿਖਣਾ A ਇੰਟਰਸੈਕਸ਼ਨ B, A ਇੰਟਰਸੈਕਸ਼ਨ C, A ਇੰਟਰਸੈਕਸ਼ਨ D ਸਭ ਇਕੁਅਲ ਟੂ ਨੋਟ ਇਕੁਅਲ ਟੂ 5 ਲਿਖ। ਆ ਸਾਰੇ ਲਿਖਣ ਤੋਂ ਬਾਅਦ ਐਂਡ 'ਚ ਲਿਖਾਂਗੇ C ਤੇ D ਦਾ ਦਿਖਾਵਾਂਗੇ ਅਸੀਂ ਵੀ ਇਹਨਾਂ ਦਾ ਜਦੋਂ ਅਸੀਂ ਇੰਟਰਸੈਕਸ਼ਨ ਫਾਈਂਡ ਕਰਦੇ ਹਾਂ ਤਾਂ 5 ਹੈ। ਇਹਦਾ ਮਤਲਬ C D are mutually exclusive events। ਨੈਕਸਟ ਸਾਡੇ ਕੋਲ ਐਗਜ਼ਾਮਪਲ 8, ਅ ਕੋਇਨ ਇਜ਼ ਟੌਸਡ 3 ਟਾਈਮਸ, ਕੰਸੀਡਰ ਦਾ ਫੋਲੋਇੰਗ ਇਵੈਂਟਸ। ਜਦੋਂ ਕੋਇਨ ਟੌਸ ਕੀਤਾ ਤਾਂ ਸਭ ਤੋਂ ਪਹਿਲਾਂ ਉਹਦਾ ਅਸੀਂ ਸੈਂਪਲ ਸਪੇਸ ਲਿਖਣਾ, ਤੁਹਾਡੇ ਸਾਹਮਣੇ ਲਿਖਿਆ ਹੋਇਆ, ਪਹਿਲਾਂ ਆਪਾਂ ਵੀ ਲਿਖ ਚੁੱਕੇ ਹਾਂ ਕਈ ਵਾਰ। ਇਹ ਇਵੈਂਟ ਹੈ ਨੋ ਹੈਡ ਅਪੀਅਰਸ, ਕੋਈ ਹੈਡ ਨਹੀਂ ਆ ਰਿਹਾ। ਕੋਈ ਹੈਡ ਨਹੀਂ ਆਉਣ ਦਾ ਮਤਲਬ ਇੱਕ ਵੀ ਹੈਡ ਨਾ ਹੋਵੇ, ਤਾਂ ਆਹੀ ਇੱਕ ਇਹਦੇ 'ਚ ਆਊਟਕਮ ਆਏਗੀ, ਟੀ ਟੀ ਟੀ। ਐਗਜ਼ੈਕਟਲੀ 1 ਹੈਡ ਅਪੀਅਰਸ, ਤਾਂ ਵੀ ਅਸੀਂ ਕਰਿਆ ਹੋਇਆ ਜੀ ਸਿਰਫ ਇੱਕ ਹੈਡ ਹੋਵੇ ਤਾਂ ਆਹ ਵਾਲੀਆਂ 3 ਇਵੈਂਟਸ ਆ ਜਾਣਗੇ ਜਿਨ੍ਹਾਂ 'ਚ ਇੱਕ ਹੈਡ ਹੈ, ਇਹ 'ਚ ਵੀ ਇੱਕ ਹੈਡ ਹੈ, ਇਹ 'ਚ ਵੀ ਇੱਕ ਹੈਡ ਹੈ, ਇਹ 'ਚ ਵੀ ਇੱਕ ਹੈਡ। ਤੇ ਸੀ ਐਟ ਲੀਸਟ 2 ਹੈਡ ਅਪੀਅਰਸ, ਘੱਟੋ ਘੱਟ 2 ਹੈਡ। ਘੱਟੋ ਘੱਟ 2 ਹੈਡ ਦਾ ਮਤਲਬ ਵੀ 2 ਹੈਡ ਵੀ ਹੋ ਸਕਦੇ, 3 ਹੈਡ ਵੀ ਹੋ ਸਕਦੇ। ਤਾਂ ਇਹਦੇ 'ਚ 4 ਆ ਜਾਣਗੇ, 3 ਹੈਡ ਵਾਲਾ, ਆ 2 ਹੈਡ ਵਾਲੇ 3 ਨੇ, ਠੀਕ ਹੈ। ਇਹ ਸਾਰੇ ਇਹਦੇ 'ਚ ਆ ਜਾਣਗੇ। ਤੇ at least 2 head appears। ਅੱਛਾ, ਹੁਣ ਇਹ ਪੁੱਛਦਾ ਹੈ do they form the set of mutually exclusive and exhaustive events। ਕੀ ਇਹ mutually exclusive ਤੇ exhaustive events ਬਣਾਉਂਦੇ ਨੇ? mutually exclusive ਵਾਸਤੇ ਅਸੀਂ ਦੋ ਹੀ ਲਵਾਂਗੇ ਸੈੱਟ ਹਮੇਸ਼ਾ, exhaustive ਦੇ ਵਿੱਚ ਜਿੰਨੇ ਮਰਜ਼ੀ ਹੋ ਸਕਦੇ, ਠੀਕ ਹੈ। ਤਾਂ ਇਹਨਾਂ ਦੋਹਾਂ ਨੂੰ ਅਸੀਂ ਪਹਿਲਾਂ ਚੈੱਕ ਕਰਾਂਗੇ। A ਤੇ B ਨੂੰ ਦੇਖੋ ਕੀ ਇਹਨਾਂ 'ਚ ਕੋਈ ਕਾਮਨ ਐਲੀਮੈਂਟ ਹੈਗਾ, ਨਹੀਂ ਹੈਗਾ। ਇਹਦਾ ਮਤਲਬ A ਤੇ B ਦਾ ਇੰਟਰਸੈਕਸ਼ਨ 5 ਹੈ। ਇਸੇ ਤਰ੍ਹਾਂ A ਤੇ C ਦੇ ਵਿੱਚ ਦੇਖੋ ਕੋਈ ਕਾਮਨ ਐਲੀਮੈਂਟ ਹੈਗਾ, ਉਹਨਾਂ 'ਚ ਵੀ ਹੈ ਨਹੀਂਗਾ। ਦੇਖੋ ਇਹਦਾ ਮਤਲਬ A ਤੇ C ਦਾ ਇੰਟਰਸੈਕਸ਼ਨ ਵੀ 5 ਹੈ। B ਤੇ C ਦੇ ਵਿੱਚ ਦੇਖੋ ਕੋਈ ਕਾਮਨ ਐਲੀਮੈਂਟ ਹੈਗਾ, B ਤੇ C ਦੇ ਵਿੱਚ ਵੀ ਕੋਈ ਕਾਮਨ ਐਲੀਮੈਂਟ ਨਹੀਂ ਹੈਗਾ, ਤਾਂ ਮਤਲਬ B ਤੇ C ਦਾ ਇੰਟਰਸੈਕਸ਼ਨ ਵੀ 5 ਹੈ। ਇਹਦਾ ਮਤਲਬ ਇਹ AB BC AC ਸਾਰੇ AC ਤੇ BC ਸਾਰੇ ਕੀ ਨੇ? ਮਿਊਚੁਅਲੀ ਐਕਸਕਲੂਸਿਵ ਇਵੈਂਟਸ ਨੇ। ਤਾਂ ਹੁਣ ਇਹਨਾਂ ਦਾ ਅਸੀਂ ਯੂਨੀਅਨ ਫਾਈਂਡ ਕਰਦੇ ਹਾਂ। ਯੂਨੀਅਨ ਫਾਈਂਡ ਕਰੋ, A ਯੂਨੀਅਨ B ਯੂਨੀਅਨ C। ਉਹ ਕੀ ਬਣ ਰਿਹਾ ਦੇਖੋ, ਉਹ 'ਚ ਸਾਰੇ ਇਵੈਂਟ ਆ ਸਾਰੇ ਆ ਗਏ, ਸਾਰੇ 6 ਦੇ 8 ਦੇ 8 ਜਿਹੜੇ ਹੈਗੇ ਆਊਟਕਮ ਆ ਗਏ। ਉਹਦੇ ਨਾਲ ਕੀ ਬਣ ਗਿਆ, ਇਹ ਇਕੁਅਲ ਟੂ ਸੈਟ S ਬਣ ਗਿਆ। ਇਹਦਾ ਮਤਲਬ ਇਹ ਮਿਊਚੁਅਲੀ ਐਗਜ਼ੌਸਟਿਵ ਇਵੈਂਟਸ ਹੈਗੇ। A B C ਆਰ ਮਿਊਚੁਅਲੀ ਐਗਜ਼ੌਸਟਿਵ ਇਵੈਂਟ, ਠੀਕ ਹੈ। ਅਤੇ ਜਦੋਂ ਅਸੀਂ ਮਿਊਚੁਅਲੀ ਐਕਸਕਲੂਸਿਵ ਲਿਖਣਾ ਤਾਂ A B AC ਤੇ BC ਮਿਊਚੁਅਲੀ ਐਕਸਕਲੂਸਿਵ ਵੀ ਹੈਗੇ। ਪੇਅਰ ਵਾਈਜ਼ ਡਿਸਜੁਆਇੰਟ ਕਹਿ ਸਕਦੇ ਹਾਂ, ਪੇਅਰ ਵਾਰੀ ਇਹਨਾਂ ਨੂੰ ਦੇ ਆਰ ਮਿਊਚੁਅਲੀ ਐਕਸਕਲੂਸਿਵ ਐ ਸਿੱਧਾ ਵੀ ਲਿਖ ਸਕਦੇ ਹਾਂ, ਕਿਉਂਕਿ ਸਾਰੇ ਇੱਕ ਦੂਜੇ ਨਾਲ ਮਿਊਚੁਅਲੀ ਐਕਸਕਲੂਸਿਵ ਹੈ।
A ਤੇ B ਵੀ, A ਤੇ C ਵੀ ਤੇ B ਤੇ C ਸਾਰੇ ਆਪਸ ਮਿਊਚੁਅਲ ਐਕਸਕਲੂਸਿਵ ਹੈ ਤੇ ਅਸੀਂ ਇਕੱਠਿਆਂ ਨੂੰ ਵੀ ਲਿਖ ਸਕਦੇ ਹਾਂ। ਨਹੀਂ ਤਾਂ ਅੱਡ ਅੱਡ ਲਿਖਣਾ ਪਊਗਾ ਵੀ A ਤੇ B ਤਾਂ ਹੈਗੇ ਆ, B ਤੇ C ਹੈ ਨਹੀਂ ਗੇ, ਇਸ ਤਰੀਕੇ ਨਾਲ। ਠੀਕ ਹੈ ਨਾ, ਜੇ ਸਾਰੇ ਹੈਗੇ ਤਾਂ ਫਿਰ ਅਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਜਿਵੇਂ ਇਹਨੇ ਆਨਸਰ ਲਿਖਿਆ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ।